ਅਮ੍ਰਿਤਾ ਪ੍ਰੀਤਮ ਦਾ ਨਾਵਲ ਬੇਣੂ ਦਾ ਦੂਸਰਾ ਭਾਗ। ਪੁਲਿਸ ਦੇ ਕਾਗਜ਼ਾਂ 'ਚ ਜਦੋਂ ਤੱਕ ਕਾਰਵਾਈ ਦਰਜ ਹੋਈ, ਚੰਦਨ ਸਿੰਘ ਖਾਦਰ ਗੰਗਾ ਦਾ ਬੇਲਾ ਲੰਘ ਕੇ ਢਾਕ ਦੇ ਜੰਗਲ 'ਚ ਪਹੁੰਚ ਚੁੱਕਾ ਸੀ। ਪਰ ਕੋਈ ਨਹੀਂ ਜਾਣਦਾ, ਜੰਗਲ ਦੀ ਅੱਗ ਵਾਂਗ ਜਦੋਂ ਇਹ ਖਬਰ ਬੇਣੂ ਤੱਕ ਪਹੁੰਚੀ, ਉਹ ਕੰਧਾਂ ਦੇ ਗਲ ਲੱਗ ਕੇ ਕਿੰਨਾ ਰੋਈ। ਕੁਆਰੀ ਧੀ ਦਾ ਰੋਣ ਮਾਂ-ਪਿਓ ਦੀਆਂ ਆਂਦਰਾਂ ਚੀਰ ਗਿਆ, ਪਰ ਦੂਜੇ ਕੰਨੀ ਖਬਰ ਨਾ ਹੋਈ। ਸਿਰਫ ਕੁਝ ਦਿਨਾਂ ਪਿੱਛੋਂ ਲੌਂਗਵਤੀ ਹੱਥ ਮਲਦੀ ਆਈ ਤੇ ਗੰਢੇ ਦੀ ਛਿੱਲੜ ਵਾਂਗ ਹੋਈ ਬੇਣੂ ਨੂੰ ਛਾਤੀ ਨਾਲ ਲਾ ਕੇ ਰੋਣ ਲੱਗ ਪਈ। ਬੇਣੂ ਦਾ ਇੱਕੋ ਵਰਲਾਪ ਸੀ, ਇਹ ਤਵੀਤ ਉਹਦੀ ਰੱਖ ਸੀ। ਉਹਨੇ ਮੇਰੀ ਖਾਤਰ ਗਲ 'ਚੋਂ ਲਾਹ ਦਿੱਤਾ। ਜੇ ਉਹਦੇ ਗਲ 'ਚ ਹੁੰਦਾ, ਉਹਨੂੰ ਅਜਾਂ ਨਹੀਂ ਸੀ ਲੱਗਣੀ। ਲੌਂਗਵਤੀ ਬੇਣੂ ਵਾਸਤੇ ਚੰਦਨ ਸਿੰਘ ਦਾ ਭੇਜਿਆ ਸੁਨੇਹਾ ਲਿਆਈ ਸੀ। ਖੱਤ ਪੱਤਰ ਨਹੀਂ ਸੀ, ਸਿਰਫ ਮੂੰਹ ਜ਼ਬਾਨੀ ਜੋ ਇੱਕ ਖੌਰੇ ਕੌਣ ਸਿਖਰ ਦੁਪਹਿਰ ਉਹਦਾ ਬੂਹਾ ਖੜਕਾ ਕੇ ਕਹਿ ਗਿਆ ਸੀ ਕਿ ਚੰਦਨ ਸਿੰਘ ਨੇ ਵਕਤ ਪਿਆ ਤਾਂ 5 ਬੰਦੇ ਮਾਰੇ ਹਨ, ਪਰ ਨੀਲ ਸਰਾਂ ਦੀ ਮੁਰਗਾਬੀ ਨਹੀਂ ਮਾਰੀ। ਲੌਂਗਵਤੀ ਨੇ ਜਦੋਂ ਇਹ ਦੱਸਿਆ, ਬੇਣੂ ਦਾ ਕਲੇਜਾ ਮੂੰਹ ਨੂੰ ਆ ਗਿਆ। ਇੱਕ ਪਛਤਾਅ ਲੱਗ ਗਿਆ, ਚੰਦਰਿਆ ਤੂੰ ਬੇਵਫਾ ਨਿਕਲਣੋਂ ਮੈਂ ਦਿਲ ਤੇ ਪੱਥਰ ਰੱਖ ਲੈਂਦੀ, ਹੁਣ ਤੈਨੂੰ ਕਿਵੇਂ ਭੁੱਲਾਂਗੀ। ਕੋਈ ਨਹੀਂ ਜਾਣਦਾ, ਰਾਤ ਦੇ ਪਿਛਲੇ ਪੈਰ ਬੇਣੂ ਨੰਗੇ ਪੈਰੀਂ ਦੇਵੀ ਦੇ ਮੰਦਰ ਗਈ ਤੇ ਚੰਦਨ ਸਿੰਘ ਦੇ ਤਵੀਤ ਨੂੰ ਉਹਨੇ ਦੇਵੀ ਦੇ ਪੈਰਾਂ ਨਾਲ ਛੁਆ ਕੇ ਚੰਦਨ ਸਿੰਘ ਦੇ ਸਿਰ ਦੀ ਖੈਰ ਮੰਗੀ। ਸਭ ਜਾਣਦੇ ਹਨ, 5 ਲਾਸ਼ਾਂ ਜਦੋਂ ਮਾਣਕਪੁਰ 'ਚੋਂ ਉੱਠੀਆਂ, ਚੌਧਰੀ ਭੂਪ ਸਿੰਘ ਦੀ ਗੜੀ 'ਚ ਲੋਕਾਂ ਦੇ ਅੱਖੀਂ ਲਹੂ ਉਤਰਿਆ ਹੋਇਆ ਸੀ। ਪੁਲਿਸ ਨੇ ਮਲਖਾਨ ਸਿੰਘ ਨੂੰ ਸ਼ਹਿਰ ਦੇ ਹਸਪਤਾਲ ਪਹੁੰਚਾ ਦਿੱਤਾ ਸੀ, ਪਰ ਠਾਕੁਰ ਪ੍ਰਿਥਵੀ ਸਿੰਘ ਨੂੰ ਤੇ ਠਾਕੁਰਾਇਣ ਨੂੰ ਮੁੜ ਕੇ ਗੜੀ 'ਚ ਨਹੀਂ ਸੀ ਜਾਣ ਦਿੱਤਾ। ਪਤਾ ਸੀ ਉਹ ਚੌਧਰੀ ਭੂਪ ਸਿੰਘ ਦੇ ਬੰਦਿਆਂ ਹੱਥੋਂ ਕਤਲ ਹੋ ਜਾਏਗਾ। ਇਸ ਲਈ ਰਾਮਪੁਰ ਸ਼ਹਿਰ 'ਚ ਜਿੱਥੇ ਠਾਕੁਰ ਦੀ ਆਪਣੀ ਸ਼ਹਿਰੀ ਕੋਠੀ ਸੀ, ਉੱਥੇ ਪੁਲਿਸ ਦੀ ਰਾਖੀ 'ਚ ਭੇਜ ਦਿੱਤਾ। ਜਿੱਥੇ ਪੁਲਿਸ ਦੇ 2 ਆਦਮੀ ਦਿਨ ਦੇ ਪਹਿਰੇ 'ਤੇ ਹੁੰਦੇ ਤੇ 2 ਰਾਤ ਦੇ ਪਹਿਰੇ ਉੱਤੇ। ਚੰਦਨ ਸਿੰਘ ਦੀ ਅਜੇ ਸੋ ਨਹੀਂ ਸੀ ਨਿਕਲੀ। ਖਾਦਰ ਵਿੱਚੋਂ ਛੋਈਆ ਨਦੀ ਦੇ ਕੰਢਿਓਂ ਉਹਦਾ ਘੋੜਾ ਮਿਲ ਗਿਆ ਸੀ, ਜਿੱਥੋਂ ਢਾਕ ਦਾ ਜੰਗਲ ਸ਼ੁਰੂ ਹੁੰਦਾ, ਪਰ ਚੰਦਨ ਸਿੰਘ ਦਾ ਅੱਗੋਂ ਖੁਰਾ ਨਹੀਂ ਸੀ ਲੱਭਾ। ਮਲਖਾਨ ਸਿੰਘ ਦੇ ਸਿਰ ਨੂੰ 7 ਟਾਂਕੇ ਲੱਗੇ ਸਨ ਤੇ ਅਜੇ ਵੀ ਸੁਰਤ 'ਚ ਨਹੀਂ ਸੀ। ਹਸਪਤਾਲ ਦੇ ਬਾਹਰ ਵੀ ਪੁਲਿਸ ਦੇ ਬੰਦੇ ਸਨ, ਚਿੱਟੇ ਕੱਪੜਿਆਂ ਵਿੱਚ, ਕਿ ਸ਼ਾਇਦ ਚੰਦਨ ਸਿੰਘ ਰਾਤੀ ਬਰਾਤੀ ਆਪਣੇ ਭਰਾ ਦਾ ਹਾਲ ਵੇਖਣ ਆਏ। ਤੇ ਪੁਲਿਸ ਨੇ ਚੰਦਨ ਸਿੰਘ ਦਾ ਹੁਲੀਆ ਥਾਂ-ਥਾਂ ਨਸ਼ਰ ਕਰਕੇ ਰੱਖਿਆ ਸੀ। ਪਰ ਕੋਈ ਨਹੀਂ ਜਾਣਦਾ ਕਿ ਅੱਗ ਦੇ ਧੂਏਂ ਤੋਂ ਬਚਣ ਲਈ ਬੇਣੂ ਦਾ ਪਿਓ ਜਦੋਂ ਬੇਣੂ ਲਈ ਰਾਤੋਂ ਰਾਤ ਰਿਸ਼ਤਾ ਲੱਭਣ ਤੁਰਿਆ ਸੀ, ਤਾਂ ਬੇਣੂ ਦੀ ਛਾਤੀ ਵਿੱਚੋਂ ਕਹੀ ਲੰਬ ਉੱਠੀ। ਰੱਬ ਦੂਰ ਸੀ, ਪਰ ਰੱਬ ਦੇ ਆਸਰੇ ਜਿਹੀ ਅੰਗ ਸਹੇਲੀ ਨੇੜੇ ਸੀ। ਬੇਣੂ ਉਹਦੇ ਅੱਗੇ ਵਿਲਕਣ ਲੱਗੀ। ਇਹ ਘੜੀ ਹੱਥੋਂ ਨਿਕਲ ਗਈ ਤਾਂ ਸਾਰੀ ਉਮਰ ਰੋਂਦੀ ਰਹਿ ਜਾਵਾਂਗੀ। ਮੇਰੀ ਇਹ ਕਿਸਮਤ ਏ। ਮੇਰੇ ਮਾਂ ਪਿਓ ਨੂੰ ਕਹੋ ਕਾਹਲੇ ਨਾ ਪੈਣ, 4 ਦਿਨ ਸਬਰ ਕਰਨ। ਲੌਂਗਵਤੀ ਨੂੰ ਆਪ ਅੰਦਰੇ ਅੰਦਰ ਘਾਟ ਪੈਂਦੀ ਸੀ, ਪਰ ਬੇਣੂ ਦੀ ਮਾਂ ਨੂੰ ਜਾ ਕੇ ਜਾਂ ਪਿਓ ਨੂੰ, ਪਰ ਬੇਣੂ ਦੀ ਮਾਂ ਨੂੰ ਜਾਂ ਪਿਓ ਨੂੰ ਕੁਝ ਕਹਿੰਦੀ ਤਾਂ ਕੀ ਗੱਲ ਕਹਿੰਦੀ। ਤਾਂ ਵੀ ਉਹਨੇ ਅੰਦਰ ਵੜ ਕੇ ਬੇਣੂ ਦੀ ਮਾਂ ਕੋਲ ਬਹਿ ਕੇ ਮਾਂ ਦੀ ਮਮਤਾ ਵਾਲੇ ਕੂਲੇ ਥਾਂ 'ਤੇ ਹੱਥ ਰੱਖਿਆ, ਆਖਿਆ, ਮਾਸੀ ਮੈਂ ਹਾਂ ਤਾਂ ਜਾਣੀ, ਕਿਵੇਂ ਆਖਾਂ, ਤੂੰ ਆਪ ਸਿਆਣੀ ਏ, ਆਪੇ ਸਮਝ ਲੈ। ਬੇਣੂ ਨੂੰ ਮਨ ਦਾ ਮੁਰਾਦ ਨਾ ਮਿਲਿਆ ਤਾਂ ਸਾਰੀ ਉਮਰ ਗਿੱਲੇ ਗੋਹੇ ਵਾਂਗ ਧੁਖੇਗੀ, ਫਿਰ ਧੂੰਆਂ ਤਾਂ ਤੇਰੀਆਂ ਅੱਖਾਂ ਨੂੰ ਹੀ ਲੱਗੇਗਾ। ਮਾਂ ਨੇ ਮੂੰਹ ਪਾੜ ਕੇ ਬੇਣੂ ਨੂੰ ਪੁੱਛਿਆ ਕੁਝ ਨਹੀਂ ਸੀ, ਪਰ ਜਦੋਂ ਦੀ ਮਾਣਕਪੁਰ ਵਾਲਿਆਂ ਦੀ ਖਬਰ ਆਈ ਸੀ, ਧੀ ਨੂੰ ਕੰਧੀ ਲੱਗ ਰੋਂਦਿਆਂ ਵੇਖ ਕੇ ਸੜੇ ਕਰਮਾਂ ਦਾ ਕਿਆਸ ਲਾ ਬੈਠੀ ਸੀ। ਅੱਜ ਲੌਂਗਵਤੀ ਨੇ ਮੂੰਹ ਖੋਲ੍ਹਿਆ ਤਾਂ ਉਹ ਵੀ ਅੰਦਰ ਦੀ ਭੜਾਸ ਕੱਢਣ ਲੱਗੀ। ਪਹਿਲੋਂ ਮੈਨੂੰ ਇਹ ਦੱਸ, ਵੱਡੀਏ ਸਿਆਣੀਏ, ਕਿ ਉਹਦੇ ਮਨ ਵਿੱਚ ਇਹ ਅੱਗ ਕਿਵੇਂ ਲੱਗੀ, ਕਿਹਨੇ ਲਾਈ? ਲੌਂਗਵਤੀ ਨੇ ਜਿੰਨਾ ਜੇਰਾ ਸੀ ਕਰਕੇ ਆਖਿਆ, ਮਾਸੀ ਇਹ ਮੈਂ ਤੈਨੂੰ ਦੱਸਾਂ, ਇਹ ਤਾਂ ਵੇਦਾਂ ਕੁਤੇਬਾਂ ਲਿਖਣ ਵਾਲਿਆਂ ਨੂੰ ਵੀ ਪਤਾ ਨਾ ਲੱਗਾ ਕਿ ਮਨ ਦੀ ਅੱਗ ਕਿਵੇਂ ਲੱਗਦੀ ਏ। ਬਸ ਵਿਆਹ 'ਤੇ ਪ੍ਰਾਹੁਣੇ ਆਏ, ਚੰਦਨ ਸਿੰਘ ਨੂੰ ਵੇਖ ਕੇ ਬੇਣੂ ਨੇ ਉਹਨੂੰ ਮਨ 'ਚ ਆਪਣੇ ਮਨ ਦਾ ਮਰਦ ਧਾਰ ਲਿਆ। ਮਾਂ ਦੇ ਮਨ 'ਚ ਕਈ ਸ਼ੰਕੇ ਆਏ, ਪਰ ਸਭੋ ਕੁਝ ਜਾਣਨ ਲਈ ਉਹਨੇ ਠੰਡੀ ਹੋ ਕੇ ਪੁੱਛਿਆ, ਪਰ ਕਿੱਥੇ ਅਸੀਂ, ਕਿੱਥੇ ਉਹ ਰਾਜਿਆਂ ਵਰਗੇ ਠਾਕੁਰ? ਕੁੜੀ ਨੇ ਕਿਵੇਂ ਸੋਚ ਲਿਆ ਕਿ ਉਹ ਅਸਮਾਨ ਨੂੰ ਟਾਕੀ ਲਾ ਲਏਗੀ? ਸੁਭਾਵਕ ਲੌਂਗਵਤੀ ਦੇ ਮੂੰਹ ਨਿਕਲਿਆ, ਮਾਸੀ ਜਦੋਂ ਮਨ ਆਉਂਦੇ ਨੇ ਤਾਂ ਰਾਜਿਆਂ ਦੀਆਂ ਧੀਆਂ ਫਕੀਰਾਂ ਦੇ ਜਾ ਵਸਦੀਆਂ ਨੇ, ਤੇ ਰਾਜਿਆਂ ਦੇ ਪੁੱਤਰ ਕਮੀਆਂ ਕਮੀਣਾਂ ਦੀਆਂ ਧੀਆਂ ਵਿਆਹ ਲਿਆਉਂਦੇ ਨੇ। ਮਾਂ ਨੂੰ ਗੱਲ ਕੁਝ ਭੇਤ ਵਾਲੀ ਜਾਪੀ। ਪੁੱਛਣ ਲੱਗੀ ਤਾਂ ਚੰਦਨ ਸਿੰਘ ਨੇ ਹਾਮੀ ਭਰੀ ਸੀ। ਉਹ ਕਿੱਥੇ ਬਹਿ ਕੇ ਕੁੜੀ ਨੂੰ ਮਿਲਿਆ ਸੀ?
ਲੌਂਗਵਤੀ ਸੰਭਲ ਗਈ, ਆਖਣ ਲੱਗੀ, ਨਹੀਂ ਕਿਤੇ ਨਹੀਂ ਮਾਸੀ, ਉਹ ਤਾਂ ਦੂਰ ਦਾ ਦਰਸ਼ਨ ਸੀ। ਮਾਂ ਕੁਝ ਠੰਡੀ ਹੋਈ ਪਰ ਆਖਣ ਲੱਗੀ, ਫਿਰ ਤੁਸੀਂ ਕੁੜੀਆਂ ਐਵੇਂ ਵਾਹ ਨੂੰ ਵੱਟੇ ਕਿਉਂ ਮਾਰਦੀਆਂ? ਅਗਲੇ ਦੇ ਘਰ ਨਾ ਚਿੱਤ ਨਾ ਚੇਤਾ, ਤੇ ਇਸ ਤੇਰੀ ਕੁਝ ਲੱਗਦੀ ਨੇ ਘਰ ਬੈਠੇ ਹੀ ਉਹਦੇ ਲਈ ਜੈਮਾਲਾ ਪਰੋ ਲਈ। ਨਹੀਂ ਮਾਸੀ, ਇਹ ਗੱਲ ਤਾਂ ਨਹੀਂ, ਲੌਂਗਵਤੀ ਨੇ ਨਿੰਮੀ ਜੀ ਪੈਂਦੀ ਆਖਿਆ। ਇਹ ਤਾਂ ਉਹਦੇ ਮੂੰਹ ਤੋਂ ਵੀ ਲੱਭਦਾ ਸੀ। ਪਰ ਫਿਰ ਗੱਲ ਪਲਟਦੀ ਆਖਣ ਲੱਗੀ, ਦਿਲ ਨੂੰ ਵੀ ਦਿਲ ਦਾ ਰਾਹ ਹੁੰਦਾ। ਜੇ ਇਹਦੇ ਮਨ 'ਚ ਕੋਈ ਸੇਕ ਸੀ ਤਾਂ ਉਹਨੂੰ ਵੀ ਤਾਂ ਸੇਕ ਲੱਗਣਾ ਸੀ। ਜਦੋਂ ਉਹਨੂੰ ਪਤਾ ਲੱਗਦਾ ਆਪੇ ਉਹਦਾ ਮਨ ਆ ਜਾਂਦਾ। ਪਾਰਬਤੀ ਨੇ ਵੀ ਤਾਂ ਤਪ ਕਰਕੇ ਸ਼ਿਵ ਜੀ ਨੂੰ ਪਾਇਆ ਸੀ। ਮਾਂ ਇੱਕੋ ਵਾਰਗੀ ਤੱਤੀ ਹੋ ਗਈ। ਉਹ ਵੱਡੀ ਪਾਰਬਤੀ ਬਣਦੀ ਏ, ਪਹਿਲਾਂ ਸ਼ਿਵ ਜੀ ਤਾਂ ਲੱਭ ਲਵੇ। ਉਹਨੂੰ ਸ਼ਿਵ ਜੀ ਆਖਦਿਆਂ ਸ਼ਰਮ ਨਹੀਂ ਸੀ ਆਉਂਦੀ, ਜਿਹਦੇ ਮੱਥੇ 5 ਖੂਨ ਲੱਗੇ ਹੋਏ ਨੇ। ਲੌਂਗਵਤੀ ਕੱਚੀ ਪੈਂਦੀ ਆਖਣ ਲੱਗੀ, ਉਹ ਤਾਂ ਖੌਰੇ ਕਿਹੜੇ ਹਾਲ 'ਚ ਉਹਨੇ ਕੀਤੇ। ਪਰ ਮਾਸੀ ਇਹ ਦੱਸ, ਜੇ ਪਹਿਲੋਂ ਇਹ ਸਾਕ ਹੋ ਗਿਆ ਹੁੰਦਾ ਤੇ ਫਿਰ ਇੰਜ ਵਾਪਰ ਜਾਂਦਾ ਤਾਂ ਅਸੀਂ ਕੀ ਕਰ ਲੈਣਾ ਸੀ? ਇੱਥੇ ਲੌਂਗਵਤੀ ਨੇ ਅਸਾਂ ਕਹਿ ਕੇ ਬੇਣੂ ਦੇ ਦੁੱਖ ਸੁੱਖ ਨਾਲ ਆਪਣੀ ਸਾਂਝ ਵੀ ਓਨੀ ਜੋੜੀ ਜਿੰਨੀ ਮਾਂ ਦੀ ਸੀ। ਪਰ ਇਹ ਮਾਂ ਦੀ ਸਮਝ ਤੋਂ ਪਰਾ ਸੀ। ਉਹ ਵੱਟ ਖਾਂਦੀ ਆਖਣ ਲੱਗੀ, ਫੇਰ ਦੀ ਗੱਲ ਹੋਰ ਸੀ ਕੁੜੀਏ, ਫੇਰ ਤਾਂ ਉਹਦੀ ਕਿਸਮਤ ਨੂੰ ਰੱਬ ਵੀ ਨਹੀਂ ਸੀ ਬਦਲ ਸਕਦਾ। ਲੌਂਗਵਤੀ ਛੇਤੀ ਨਾਲ ਬੋਲੀ, ਖੌਰੇ ਹੁਣ ਵੀ ਰੱਬ ਨਹੀਂ ਬਦਲਣੀ ਚਾਹੁੰਦਾ, ਜੇ ਤੂੰ ਮੰਨ ਜਾਏ। ਮਾਂ ਨੇ ਕਾਹਲੀ ਪੈਂਦਿਆਂ ਨੇ ਆਖਿਆ, ਕੀ ਮੰਨ ਜਾਵਾਂ? ਕਿ ਆਪਣੀ ਹੱਥੀਂ ਫਾਂਸੀ ਦਾ ਰੱਸਾ ਉਹਦੇ ਗਲ ਪਾ ਦਿਆਂ? ਉਹ ਜਿਹੜਾ ਇੰਨੇ ਖੂਨ ਕਰਕੇ ਭੱਜਿਆ ਫਿਰਦਾ, ਉਹਨੂੰ ਲੱਭਾਂ ਜਾ ਕੇ ਵੀ ਫਾਂਸੀ ਚੜ੍ਹਨ ਤੋਂ ਪਹਿਲਾਂ ਮੇਰੀ ਧੀ ਨਾਲ ਵਿਆਹ ਕਰ ਜਾ। ਲੌਂਗਵਤੀ ਮਾਂ ਦੇ ਦਿਲ ਨੂੰ ਵੀ ਸਮਝਦੀ ਸੀ, ਪਰ ਜੇਰਾ ਕਰਕੇ ਆਖਣ ਲੱਗੀ, ਨਾ ਮਾਸੀ ਇੰਝ ਨਾ ਕਹੋ, ਉਹਦਾ ਖੌਰੇ ਕਸੂਰ ਕੋਈ ਨਹੀਂ। ਉਹ ਖੌਰੇ ਕਚਹਿਰੀਆਂ ਵੀ ਛੁੱਟ ਜਾਏਗਾ। ਤੇ ਫਿਰ ਹਾੜੇ ਜੇ ਵਾਂਗ ਕਹਿਣ ਲੱਗੀ, ਮੈਂ ਤੇ ਨਹੀਂ ਕਹਿੰਦੀ ਕਿ ਹੁਣੇ ਜਾ ਕੇ ਉਹਦੇ ਨਾਲ ਸਾਕ ਕਰ ਦੇ। ਮੈਂ ਤੇ ਸਿਰਫ ਇਹ ਕਹਿੰਦੀ ਹਾਂ ਕਿ ਜਦ ਤੱਕ ਉਹਦਾ ਪਤਾ ਨਹੀਂ ਲੱਗਦਾ ਉਹਨਾਂ ਚਿਰ ਕਾਹਲੀ ਨਾ ਕਰ, ਇਹਨੂੰ ਕਿਤੇ ਵਿਆਹੁਣ ਦੀ। ਮਾਂ ਕੁਝ ਧੀਮੀ ਪਈ ਕਹਿਣ ਲੱਗੀ, ਚੱਲ ਮੈਂ ਤੇ ਭਾਵੇਂ ਮੰਨ ਹੀ ਲਵਾਂ ਕਿ ਕੁੜੀ ਕੁਆਰ ਕੋਠਾ ਪਾ ਕੇ ਬਹਿ ਜਾਏ, ਪਰ ਉਹਦਾ ਪਿਓ ਮੰਨੇਗਾ? ਲੌਂਗਵਤੀ ਨੂੰ ਕੁਝ ਆਸ ਬੱਝੀ ਆਖਣ ਲੱਗੀ, ਮਾਸੀ ਜੇ ਤੂੰ ਮੰਨ ਜਾਏ ਤਾਂ ਖੌਰੇ ਤੇਰੇ ਆਖੇ। ਤੇ ਬੇਣੂ ਦੀ ਮਾਂ ਕੰਨਾਂ ਨੂੰ ਹੱਥ ਲਾਉਂਦੀ ਕਹਿਣ ਲੱਗੀ, ਤੈਨੂੰ ਉਹਦੇ ਸੁਭਾਅ ਦੀ ਖਬਰ ਨਹੀਂ। ਮੈਂ ਮੂੰਹੋਂ ਕੁਝ ਆਖਿਆ ਤਾਂ ਸਾਨੂੰ ਮਾਵਾਂ ਧੀਆਂ ਦੋਹਾਂ ਨੂੰ ਵੱਢ ਕੇ ਪਿਛਲੇ ਅੰਦਰ ਦੱਬ ਦੇਗਾ। ਤੇ ਕਿਸਮਤ ਜਿੱਥੇ ਟੁੱਟਣੀ ਸੀ ਟੁੱਟ ਗਈ। ਤੀਜੇ ਦਿਨ ਦਾ ਸੂਰਜ ਡੁੱਬਦਾ ਪਿਆ ਸੀ, ਜਿਸ ਵੇਲੇ ਬੇਣੂ ਦਾ ਪਿਓ ਅਲੀਗੜ੍ਹ ਦੇ ਇੱਕ ਚੰਗੇ ਵਪਾਰੀ ਸੁਣੀਂਦੇ ਘਰ ਬੇਣੂ ਦਾ ਸਾਕ ਗੰਢ ਕੇ ਆ ਗਿਆ। ਆਉਂਦਿਆਂ ਜਦੋਂ ਉਹਨੇ ਬੇਣੂ ਦੀ ਮਾਂ ਨੂੰ ਖਬਰ ਦੱਸੀ, ਮੈਂ ਤਾਂ ਘੇਰ ਦੀ ਰਸਮ ਵੀ ਕਰ ਆਇਆ, ਤਾਂ ਹੁਣ 5ਵੇਂ ਦਿਨ ਭੇਟ ਦੀ ਰਸਮ ਲਈ ਜਾਣਾ ਹੈ। ਤਾਂ ਬੇਣੂ ਨੂੰ ਜਿਹੜੀ ਘੇਰ ਪਈ ਸਗਨਾਂ ਦੀ, ਘਰ ਵੀ ਸ਼ਰਮਿੰਦੀ ਜਿਹੀ ਉਹਦੇ ਮੂੰਹ ਵੱਲ ਤੱਕਣ ਲੱਗ ਪਈ। ਮਾਂ ਭੇਟ ਲਈ ਗਹਿਣੇ ਤੇ ਰੁਪਈਏ ਥਾਲ 'ਚ ਜੋੜਦੀ ਰਹੀ, ਪਰ ਕੋਈ ਨਹੀਂ ਜਾਣਦਾ ਬੇਣੂ ਕਿਵੇਂ ਅੰਦਰੋਂ ਬਾਹਰੋਂ ਸੱਖਣੀ ਹੁੰਦੀ ਪਈ ਸੀ। ਭੇਟ ਦੀ ਰਸਮ ਮਰਦਾਂ ਨੇ ਕਰਨੀ ਸੀ, ਜਾ ਕੇ ਘਰ ਆਏ। ਪਰ ਜਿਸ ਵੇਲੇ ਸਾਤੇ ਪਿੱਛੋਂ ਅਲੀਗੜ੍ਹ ਦੇ ਵਪਾਰੀਆਂ ਦੀਆਂ ਤੀਵੀਆਂ ਬੇਣੂ ਦੀ ਗੋਦ ਭਰਨ ਆਈਆਂ, ਬੇਣੂ ਸੁੰਨੀ ਸੱਖਣੀ ਕੱਖਾਂ ਤੋਂ ਹੌਲੀ ਹੋਈ ਕਿਸਮਤ ਦੇ ਇਸ ਠੱਠੇ ਨੂੰ ਝੋਲੀ 'ਚ ਪਾਉਂਦੀ ਰਹੀ। ਉਹਨਾਂ ਦਿਨਾਂ 'ਚ ਬਾਹਾਂ ਉੱਤੇ ਨਾਵੇਂ ਖੁਣਨ ਵਾਲਾ ਉਸ ਪਿੰਡੋਂ ਹੋ ਕੇ ਗੁਜ਼ਰਿਆ, ਜਿਹਦੇ ਨਾਲ ਤੀਵੀਆਂ ਨੂੰ ਕਈ ਭੁੱਲੇ ਚੁੱਕੇ ਗਾਉਣ ਵੀ ਚੇਤੇ ਹੋ ਗਏ ਸਨ। ਬੇਣੂ ਦੀ ਤਲੀ ਉੱਤੇ ਸ਼ਗਨਾਂ ਦੀ ਮਹਿੰਦੀ ਲਾਈ ਗਈ। ਤੀਵੀਆਂ ਨੇ ਸੁਹਾਗ ਗਾਉ ਕੇ ਉਹ ਗੀਤ ਚੋਹ ਦਿੱਤਾ, ਜਿਹਦੇ 'ਚ ਕ੍ਰਿਸ਼ਨ ਦੀ ਕੋਈ ਪ੍ਰੇਮਿਕਾ ਅੰਗ ਅੰਗ ਉੱਤੇ ਉਹਦਾ ਨਾਂ ਖੁਣਵਾਉਂਦੀ ਏ। ਲੀਲਾ ਗੁਦਵਾਏ ਲਿਓ ਪਿਆਰੀ, ਗਲੀ में आए गए ललिहारी। लीला गुदवाए लियो प्यारी, गली में आए गए ललिहारी। ठोडी पे ठाकुर लिखो, कंधे पे काना लिखो। ਤੇ ਜਿਉਂ-ਜਿਉਂ ਗੀਤ ਵੱਧਦਾ ਗਿਆ, ਆਪਣੇ ਕ੍ਰਿਸ਼ਨ ਦਾ ਨਿੱਤ ਨਵਾਂ ਨਾਂ ਰੱਖਦੀ ਹੋਈ ਰਾਧਿਕਾ ਅੰਗ ਅੰਗ ਉੱਤੇ ਉਹਦਾ ਨਾਂ ਖੁਣਵਾਉਂਦੀ ਗਈ। ਬੇਣੂ ਨੂੰ ਲੱਗਦਾ ਗਿਆ ਉਹਦੇ ਰੋਮ ਰੋਮ ਉੱਤੇ ਚੰਦਨ ਦਾ ਨਾਂ ਖੁਣਿਆ ਜਾ ਰਿਹਾ ਸੀ। ਇੱਕ ਪਲ ਮੰਗਣੀ, ਦੂਜੇ ਪਲ ਵਿਆਹ ਦੀਆਂ ਰਸਮਾਂ ਵਿੱਚੋਂ ਲੰਘਦੀ ਬੇਣੂ ਬੌਰੀਆਂ ਅੱਖਾਂ ਨਾਲ ਹਰ ਇੱਕ ਦੇ ਮੂੰਹ ਵੱਲ ਇੰਝ ਤੱਕਦੀ ਰਹੀ ਜਿਵੇਂ ਹੋਣੀ ਦੇ ਮੂੰਹ ਤੋਂ ਬਿਨਾਂ ਕਿਸੇ ਨੂੰ ਪਛਾਣਦੀ ਨਾ ਹੋਵੇ। ਸਿਰਫ ਡੋਲੀ ਵਾਲੇ ਦਿਨ ਉਹਨੇ ਲੌਂਗਵਤੀ ਦੀ ਬਾਂਹ ਫੜੀ ਤੇ ਘਰ ਦੇ ਪਿਛਲੇ ਬੂਹੇ 'ਚੋਂ ਨਿਕਲ ਕੇ ਅੰਬਾਂ ਦੇ ਉਸ ਬਾਗ ਵੱਲ ਤੁਰ ਪਈ, ਜਿੱਥੇ ਤਲਾਅ ਦੇ ਪਾਣੀ 'ਚ ਉਹਦੇ ਭਾਣੇ, ਉਹਦਾ ਤੇ ਚੰਦਨ ਦਾ ਪਰਛਾਵਾਂ ਅਜੇ ਵੀ ਤਰਦਾ ਪਿਆ ਸੀ। ਬੇਣੂ, ਇਹ ਕਿਸਮਤ ਦੀ ਲਿਖੀ ਸੀ, ਭੁੱਲ ਜਾ, ਰਾਹ 'ਚ ਲੌਂਗਵਤੀ ਨੇ ਰਹਿ ਰਹਿ ਕੇ ਆਖਿਆ। ਪਰ ਬੇਣੂ ਦੇ ਕੰਨੀ ਕੋਈ ਆਵਾਜ਼ ਨਹੀਂ ਸੀ ਪੈਂਦੀ ਜਾਪਦੀ। ਉਹ ਆਪਣੇ ਮੂੰਹ ਧਿਆਨ ਤਲਾਅ ਦੇ ਕੰਢੇ ਜਾ ਖਲੋਤੀ ਤੇ ਆਪਣੇ ਪਾਣੀ 'ਚ ਕੰਬਦੇ ਪਰਛਾਵੇਂ ਨੂੰ ਵੇਖ ਕੇ ਲੌਂਗਵਤੀ ਨੂੰ ਕਹਿਣ ਲੱਗੀ, ਤੈਨੂੰ ਪਤਾ ਹੈ ਨਾ,
ਜਿੰਨਾਂ ਤੇ ਭੂਤਾਂ ਦੀ ਪਛਾਣ ਕੀ ਹੁੰਦੀ ਏ, ਉਹਨਾਂ ਦਾ ਪਰਛਾਵਾਂ ਕੋਈ ਨਹੀਂ ਹੁੰਦਾ। ਆਹ ਵੇਖ, ਮੇਰਾ ਪਰਛਾਵਾਂ ਇੱਥੇ ਰਹਿ ਚੱਲਿਆ ਤੇ ਮੈਂ ਜਿੰਨ ਭੂਤ ਬਣ ਕੇ ਅੱਜ ਡੋਲੀ 'ਚ ਜਾਵਾਂਗੀ। ਲੌਂਗਵਤੀ ਦਾ ਛਾਤੀ ਨੂੰ ਪਾੜ ਕੇ ਰੋਣ ਨੂੰ ਜੀ ਕੀਤਾ, ਪਰ ਬੇਣੂ ਨੂੰ ਥੰਮਦੀ ਉਹ ਆਪਣੇ ਆਪ ਨੂੰ ਵੀ ਥੰਮਦੀ ਰਹੀ। ਪਿੰਡ ਦਾ ਜਨਵਾਸਾ ਇੱਕ ਵਾਰੀ ਫੇਰ ਸਜਿਆ। ਔਰਤਾਂ ਨੇ ਫੇਰ ਬੜਹਾਰ ਗਾਈ। ਉਹ ਜਨਵਾਸੇ 'ਚ ਪਾਣੀ ਦੇ ਘੜੇ ਭਰ ਕੇ ਖੇਤ ਦੇਣ ਗਈਆਂ। ਕੁੜੀ ਵਾਲੇ ਘਰ ਦਰਵਾਜ਼ਾ ਫੁੱਲਾਂ ਪੱਤੀਆਂ ਨਾਲ ਮਹਿਕਿਆ। ਕੁਝ ਉਂਝ ਹੀ ਜਿਵੇਂ ਪਿੰਡ ਦੇ ਠਾਕੁਰ ਜੰਗੀ ਸਿੰਘ ਦੀ ਧੀ ਦੇ ਵਿਆਹ ਵੇਲੇ ਹੋਇਆ ਸੀ। ਤੇ ਬੇਣੂ ਨੂੰ ਕਈ ਵਾਰੀ ਭੁੱਲ ਗਿਆ ਕਿ ਹੁਣ ਜੰਗੀ ਸਿੰਘ ਦੀ ਧੀ ਦਾ ਵਿਆਹ ਨਹੀਂ ਸੀ, ਉਹਦਾ ਆਪਣਾ ਵਿਆਹ ਸੀ। ਤੇ ਭੁਲੇਖਾ ਪੈ ਜਾਂਦਾ ਰਿਹਾ ਕਿ ਹੁਣੇ ਵਿਆਹ ਤੇ ਆਇਆ ਚੰਦਨ ਸਿੰਘ ਐਸੇ ਕੰਧ ਦੇ ਓਹਲੇ ਪਿੱਛੋਂ ਵੀ ਦਿਸਿਆ ਤੇ ਐਸ ਕੰਧ ਦੇ ਓਹਲੇ ਪਿੱਛੋਂ ਵੀ। ਪਰ ਬੇਣੂ ਦੇ ਘਰ ਵਿਹੜੇ 'ਚ ਜਦੋਂ ਮੜਾ ਸਜਿਆ ਤੇ ਅਲੀਗੜ੍ਹ ਦਾ ਵਪਾਰੀ ਸੁਣੀਂਦਾ ਕੋਈ ਆਦਮੀ ਉਹਦੇ ਘਰ ਦੀਆਂ ਦਹਿਲੀਜ਼ਾਂ ਲੰਘਦਾ ਅੰਦਰ ਕੋਠੜੀ 'ਚ ਆ ਕੇ ਛੰਦ ਪਾਉਣ ਲੱਗਾ ਤੇ ਬੇਣੂ ਨੂੰ ਔਰਤਾਂ ਨੇ ਫੜ ਕੇ ਥੰਮ ਕੇ ਉਹਦੇ ਸਾਹਮਣੇ ਉਹਦਾ ਕੰਗਣਾ ਖੋਲ੍ਹਣ ਵਾਸਤੇ ਬਿਠਾ ਦਿੱਤਾ ਤਾਂ ਬੇਣੂ ਦੇ ਮਨ ਦੀਆਂ ਗੰਢਾਂ ਪੀਚੀਆਂ ਗਈਆਂ। ਹਾਏ ਨੀ ਕਿਸਮਤੇ, ਧਾਗਿਆਂ ਦੀਆਂ ਗੰਢਾਂ ਖੁਲਵਾਨੀ ਪਈਏ, ਪਰ ਜਿਹੜੀਆਂ ਗੰਢਾਂ ਤੂੰ ਆਪਣੇ ਹੱਥੀਂ ਪਾ ਦਿੱਤੀਆਂ ਉਹਨਾਂ ਨੂੰ ਕੌਣ ਖੋਲ੍ਹੇਗਾ। ਤੇ ਬੇਣੂ ਲੌਂਗਵਤੀ ਦੀ ਛਾਤੀ ਨਾਲ ਲੱਗ ਕੇ ਵੀ ਰੋਈ ਤੇ ਕਿਸਮਤ ਦੀ ਛਾਤੀ ਨਾਲ ਲੱਗ ਕੇ ਵੀ। ਤੇ ਬੇਣੂ ਦੇ ਜਿਉਂਦੇ ਮੋਏ ਹੱਥ ਰਸਮਾਂ 'ਚੋਂ ਲੰਘਦੇ ਰਹੇ ਤੇ ਤਲਾਅ ਕੰਢਿਓਂ ਮੁੜਦੀ ਬੇਣੂ ਇੱਕ ਥਾਵੇਂ ਰੋੜਾਂ ਪੱਥਰਾਂ ਦਾ ਠੇਡਾ ਖਾ ਕੇ ਇੰਝ ਡਿੱਗੀ, ਉਹਦੇ ਪੈਰਾਂ ਦੀਆਂ ਉਂਗਲਾਂ ਛਿੱਲੀਆਂ ਗਈਆਂ। ਘੜੀ ਪੈਰ ਪਿੱਛੋਂ ਜਦੋਂ ਉਹਨੂੰ ਸਹੁਰੇ ਗਹਿਣੇ ਪੈਣ ਲੱਗੇ, ਉਹਦੇ ਪੈਰਾਂ ਦੀਆਂ ਉਂਗਲਾਂ 'ਚ ਬਿਛੂਆ ਨਾ ਪੈ ਸਕਿਆ। ਉਸ ਵੇਲੇ ਡੋਲੀ 'ਚ ਬਹਿਣ ਲੱਗੀ ਬੇਣੂ ਨੇ ਕੋਈ ਨਹੀਂ ਜਾਣਦਾ ਲੌਂਗਵਤੀ ਦੇ ਕੰਨ 'ਚ ਕੀ ਆਖਿਆ। ਸਿਰਫ ਲੌਂਗਵਤੀ ਕਿੰਨਾ ਚਿਰ ਆਪਣੇ ਕੰਨਾਂ ਨੂੰ ਮਲਦੀ ਰਹੀ ਜਿਨ੍ਹਾਂ 'ਚ ਬੇਣੂ ਦੇ ਹਰਫ ਚੁਭਦੇ ਪਏ ਸਨ। ਤੂੰ ਉਹਨੂੰ ਕਿਹਾ ਸੀ ਨਾ ਕਿ ਮੇਰੇ ਨੱਕ ਦਾ ਬੁਲਾਕ ਪੈਰਾਂ ਦਾ ਬਿਛੂਆ ਮੰਗਦਾ ਹੈ। ਕਦੇ ਤੈਨੂੰ ਉਹ ਜਿਉਂਦਾ ਮਿਲਿਆ ਉਹਨੂੰ ਆਖੀ। ਬੇਣੂ ਨੇ ਪੈਰਾਂ 'ਚ ਕਿਸੇ ਹੋਰ ਦਾ ਬਿਛੂਆ ਨਹੀਂ ਸੀ ਪਾਇਆ। ਸਭ ਜਾਣਦੇ ਹਨ, ਇੱਕ ਤਰਕਾਲ ਵੱਡੇ ਸ਼ਹਿਰ ਦੇ ਹਸਪਤਾਲ ਵਿੱਚ ਹੱਥ 'ਚ ਪਿਸਤੌਲ ਫੜੀ ਚੰਦਨ ਸਿੰਘ ਆਇਆ ਤੇ ਸਿੱਧਾ ਭਰਾ ਦੀ ਮੰਜੀ ਕੋਲ ਜਾ ਕੇ ਉਹਦਾ ਮੂੰਹ ਵੇਖ ਕੇ ਉਹਦੇ ਪੈਰ ਚੁੰਮ ਕੇ ਉਸੇ ਤਰ੍ਹਾਂ ਪਿਸਤੌਲ ਤਾਣੀ ਬਾਰੀ 'ਚੋਂ ਛਾਲ ਮਾਰ ਕੇ ਲੋਪ ਹੋ ਗਿਆ। ਥਾਣਿਆਂ 'ਚ ਖਬਰਾਂ ਫੈਲ ਗਈਆਂ, ਸ਼ਹਿਰ ਦਾ ਨਾਕਾ ਬੰਦ ਹੋ ਗਿਆ। ਠਾਕੁਰ ਪ੍ਰਿਥਵੀ ਸਿੰਘ ਦੀ ਕੋਠੀ ਦਾ ਪਹਿਰਾ ਚੌਣਾ ਹੋ ਗਿਆ, ਪਰ ਚੰਦਨ ਸਿੰਘ ਦੀ ਸੂਹ ਨਾ ਮਿਲੀ। ਤੇ ਪਿੱਛੋਂ ਸਭ ਨੇ ਜਾਣਿਆ ਕਿ ਉਸ ਰਾਤ ਪੁਲਿਸ ਤੋਂ ਛੁਪਦੇ ਚੰਦਨ ਸਿੰਘ ਨੇ ਜਿਹੜੇ ਇੱਕ ਲੁੱਗੇ ਘਰ 'ਚ ਪਨਾਹ ਲਈ ਸੀ, ਉਹ ਇੱਕ ਕੱਲੀਕਾਰੀ ਬੁੱਢੀ ਔਰਤ ਗੰਗਾ ਦਾ ਘਰ ਸੀ, ਜਿਹਦੀ 15 ਵਰ੍ਹਿਆਂ ਦੀ ਜਵਾਨ ਧੀ ਤ੍ਰਿਵੇਣੀ ਦੇ ਅੱਗੇ ਪਿਸਤੌਲ ਤਾਣ ਕੇ ਚੰਦਨ ਸਿੰਘ ਨੇ ਇੱਕ ਭੈ ਵਰਤਾ ਦਿੱਤਾ ਸੀ ਕਿ ਜੇ ਉਹਦੀ ਮਾਂ ਨੇ ਆਵਾਜ਼ ਕੱਢੀ ਤਾਂ ਉਹ ਗੋਲੀ ਚਲਾ ਦੇਗਾ। ਤੇ ਉਸੇ ਤਰ੍ਹਾਂ ਪਿਸਤੌਲ ਤਾਣੀ ਉਹਨੇ ਗੰਗਾ ਕੋਲੋਂ ਰੋਟੀ ਮੰਗ ਕੇ ਖਾਧੀ ਸੀ। ਤੇ ਉਸ ਰਾਤ ਜਿੰਨੇ ਪੈਸੇ ਚੰਦਨ ਸਿੰਘ ਦੇ ਬੋਝੇ 'ਚ ਸਨ ਉਹ ਸਾਰੇ ਉਹਨੇ ਗੰਗਾ ਅੱਗੇ ਢੇਰੀ ਕਰਕੇ ਉਹਨੂੰ ਆਪਣੇ ਸ਼ਹਿਰ ਵਾਲੀ ਕੋਠੀ ਆਪਣੇ ਮਾਂ ਪਿਓ ਕੋਲ ਸੁਨੇਹਾ ਦੇ ਕੇ ਭੇਜਿਆ ਸੀ ਕਿ ਉਹਨਾਂ ਦਾ ਪੁੱਤਰ ਇੱਕ ਵਾਰੀ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ। ਗੰਗਾ ਉਹਦੇ ਲਈ ਉਹਦੀ ਮਾਂ ਦਾ ਮੋੜਵਾਂ ਸੁਨੇਹਾ ਲਿਆਈ ਕਿ ਅਜੇ ਕੋਠੀ ਦੇ 24 ਪੈਸੇ ਪਹਿਰਾ ਹੈ, ਉਹ ਭੁੱਲ ਕੇ ਵੀ ਉੱਥੇ ਨਾ ਆਵੇ। ਤੇ ਚੰਦਨ ਸਿੰਘ ਹੋਰ ਦੋ ਰਾਤਾਂ ਗੰਗਾ ਦੇ ਘਰ ਰਹਿ ਕੇ ਜਾਂਦੀ ਵਾਰੀ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਉਹਨੂੰ ਦੇ ਕੇ ਕਿਤੇ ਲੋਪ ਹੋ ਗਿਆ। ਤੇ ਜਾਂਦੀ ਵਾਰੀ ਗੰਗਾ ਨੂੰ ਪ੍ਰਣਾਮ ਕਰਕੇ ਆ ਗਿਆ, ਗੰਗਾ ਮਾਂ, ਕਿਸੇ ਦਿਨ ਮੇਰਾ ਇੱਕ ਖੱਤ ਮੇਰੀ ਠਕਰਾਇਣ ਮਾਂ ਨੂੰ ਪਹੁੰਚਾ ਆਵੀਂ। ਤੇ ਗੰਗਾ ਉਹਦੇ ਨਾਲ ਮੋਹ ਨਾਲ ਭਰ ਗਈ ਤੇ 4 ਦਿਨਾਂ ਦੀ ਵਿੱਥ ਪਾ ਕੇ ਉਹ ਠਕਰਾਇਣ ਨੂੰ ਖੱਤ ਦੇ ਆਈ। ਪਰ ਪੁਲਿਸ ਨੇ ਤਾੜ ਰੱਖੀ ਸੀ। 2 ਵਾਰੀ ਗੰਗਾ ਨੂੰ ਕੋਠੀ 'ਚ ਜਾਂਦਿਆਂ ਵੇਖ ਕੇ ਉਹਨਾਂ ਪੁੱਛ ਗਿੱਛ ਲਈ ਗੰਗਾ ਨੂੰ ਜਾ ਧਮਕਾਇਆ ਸੀ। ਸੂਹ ਲੱਭ ਪਈ ਸੀ, ਪਰ ਚੰਦਨ ਸਿੰਘ ਨਹੀਂ ਸੀ ਲੱਭਾ, ਖੱਤ ਵੀ ਨਹੀਂ ਸੀ ਲੱਭਾ। ਪਰ ਪੁੱਛ ਗਿੱਛ ਲਈ ਠਾਕੁਰ ਪ੍ਰਿਥਵੀ ਸਿੰਘ ਉੱਤੇ ਸਖਤੀ ਹੋਣ ਲੱਗ ਪਈ ਸੀ। ਪੁਲਿਸ ਦੀ ਤੜੀ ਚੜ੍ਹ ਗਈ ਸੀ। ਸਭ ਜਾਣਦੇ ਹਨ, ਜਦੋਂ ਦਾ ਮਲਖਾਨ ਸਿੰਘ ਨੇ ਪਲ ਦੇ ਲਿਸ਼ਕਾਰ ਵਾਂਗੂ ਹਸਪਤਾਲ ਵਿੱਚ ਚੰਦਨ ਸਿੰਘ ਦਾ ਮੂੰਹ ਵੇਖਿਆ ਸੀ, ਉਹਦੇ ਜ਼ਖਮ ਭਰਨ ਲੱਗ ਪਏ ਸਨ। ਕੋਈ ਨਹੀਂ ਜਾਣਦਾ ਬੇਣੂ ਨੇ ਜਿਸ ਦੂਰ ਦੁਰਾਡੇ ਵਗਦੀ ਕੁਆਰੀ ਨਦੀ ਦਾ ਸਿਰਫ ਨਾਂ ਸੁਣਿਆ ਹੋਇਆ ਸੀ, ਉਹਨੂੰ ਕਦੇ ਵੇਖਿਆ ਨਹੀਂ ਸੀ। ਉਹ ਇੱਕ ਰਾਤ ਬੇਣੂ ਦੇ ਸੁਪਨੇ 'ਚ ਆਈ। ਬੇਣੂ ਜਿਹਦੇ ਨਾਲ ਵਿਆਹੀ ਸੀ ਉਹ ਚੰਗੇ ਪੈਸੇ ਵਾਲਾ ਵਪਾਰੀ ਸੀ, ਜੰਦਰਿਆਂ ਦਾ ਵਪਾਰ ਕਰਦਾ ਸੀ, ਪਰ ਤਨ ਦਾ ਵੀ ਕੁਵੱਲਾ ਤੇ ਮਨ ਦਾ ਵੀ, ਤੇ ਜਿਹਦੇ ਛੋਹਿਆਂ ਬੇਣੂ ਨੂੰ ਆਪਣਾ ਤਨ ਮਨ ਭ੍ਰਿਸ਼ਟਿਆ ਜਾਪਦਾ।
ਤੇ ਇੱਕ ਰਾਤ ਸੁੱਜੀਆਂ ਗੰਨੀਆਂ ਨਾਲ ਸੁੱਤੀ ਬੇਣੂ ਦੇ ਸੁਪਨੇ 'ਚ ਆ ਕੇ ਕੁਆਰੀ ਨਦੀ ਨੇ ਕਿਹਾ, ਤੂੰ ਮੇਰੇ ਵਾਂਗ ਕੁਆਰੀ ਏ, ਸਦਾ ਕੁਆਰੀ। ਜਿਵੇਂ ਮੈਂ ਕਿਸੇ ਦੇ ਅੰਗ ਲਾਇਆਂ ਵੀ ਕੁਆਰੀ ਰਹਿੰਦੀ ਹਾਂ, ਤੂੰ ਵੀ ਇਸੇ ਤਰ੍ਹਾਂ ਪਵਿੱਤਰ ਰਹੇਂਗੀ। ਤੇ ਉਸ ਪਲਕ ਤੋਂ ਬੇਣੂ ਦੇ ਮਨ ਨੂੰ ਕੁਝ ਠੱਲ ਪੈ ਗਈ ਸੀ, ਨਾਲ ਧਰਵਾਸ ਵੱਜਾ ਸੀ। ਇਹ ਤਨ ਦੀ ਨਹੀਂ, ਮਨ ਦੀ ਤਪੱਸਿਆ ਹੈ। ਜੇ ਮੇਰੀ ਤਪੱਸਿਆ 'ਚ ਬਲ ਹੋਏਗਾ, ਉਹ ਜਿਉਂਦਾ ਰਹੇਗਾ। ਸਭ ਜਾਣਦੇ ਹਨ, ਢਾਕ ਦੇ ਮੀਲਾਂ ਲੰਬੇ ਜੰਗਲ 'ਚ ਕਿੰਨੇ ਹੀ ਗਰੋਹ ਸਨ, ਜਿਹੜੇ ਨਾਲ ਲੱਗਦੇ ਪਿੰਡਾਂ ਦੇ ਗਊ ਬੈਲ ਖੋਲ੍ਹ ਕੇ ਲੈ ਜਾਂਦੇ ਸਨ ਤੇ ਫਿਰੌਤੀ ਲੈ ਕੇ ਮੋੜ ਦਿੰਦੇ ਸਨ। ਪਰ ਪੁਲਿਸ ਕਦੇ ਉਸ ਜੰਗਲ 'ਚ ਜਾਣ ਦਾ ਹੀਆ ਨਹੀਂ ਸੀ ਕਰ ਸਕੀ। ਹੇੜੇ ਕੇਲਾ ਦੇਵੀ ਦਾ ਮੰਦਰ ਪੈਂਦਾ ਸੀ, ਜਿੱਥੋਂ ਡਾਕੂ ਪੂਜਾ ਕਰਨ ਵੀ ਆਉਂਦੇ ਸੀ, ਪਰ ਪੁਲਿਸ ਦੇ ਹੱਥ ਨਹੀਂ ਸੀ ਆਉਂਦੇ। ਕਿਆਸ ਲੱਗਦਾ ਸੀ ਕਿ ਚੰਦਨ ਸਿੰਘ ਸ਼ਾਇਦ ਉਸੇ ਜੰਗਲ 'ਚ ਹੋਏਗਾ, ਪਰ ਸੂਹ ਨਹੀਂ ਸੀ ਪੈਂਦੀ। ਠਾਕੁਰ ਪ੍ਰਿਥਵੀ ਸਿੰਘ ਉੱਤੇ ਸਖਤੀ ਵੱਧ ਗਈ ਤਾਂ ਠਾਕੁਰ ਦੇ ਵਕੀਲ ਨੇ ਸਲਾਹ ਦਿੱਤੀ ਕਿ ਜਿਵੇਂ ਕਿਵੇਂ ਚੰਦਨ ਨੂੰ ਹਾਜ਼ਰ ਕੀਤਾ ਜਾਏ ਤੇ ਫਿਰ ਰਹਿਮ ਦੀ ਅਪੀਲ ਕਰਕੇ ਉਹਦੀ ਸਜ਼ਾ ਘੱਟ ਤੋਂ ਘੱਟ ਕਰਵਾਈ ਜਾਏ। ਹੁਣ ਪੁਲਿਸ ਨੇ ਚੰਦਨ ਲਈ 5000 ਦਾ ਇਨਾਮ ਵੀ ਰੱਖਿਆ ਸੀ ਤੇ ਫੜੋ ਫੜਾਈ 'ਚ ਉਹਦੇ ਮਾਰੇ ਜਾਣ ਦਾ ਖਤਰਾ ਵੀ ਵੱਧ ਰਿਹਾ ਸੀ। ਉਧਰ ਗਰੀਬਣੀ ਗੰਗਾ ਉੱਤੇ ਵੀ ਪੁਲਿਸ ਦੀ ਸਖਤੀ ਵੱਧ ਗਈ ਸੀ ਤੇ ਇੱਕ ਹੋਰ ਭੈ ਵੱਧਦਾ ਪਿਆ ਸੀ ਕਿ ਗੰਗਾ ਦੀ ਜਵਾਨ ਧੀ ਤ੍ਰਿਵੇਣੀ ਦੀ ਇੱਜ਼ਤ ਖਤਰੇ 'ਚ ਸੀ। ਕੁਝ ਪੁਲਸੀਆਂ ਦੀ ਉਹਦੇ ਉੱਤੇ ਭੈੜੀ ਨਜ਼ਰ ਸੀ, ਜਿਹਦੇ ਲਈ ਗੰਗਾ 2 ਵਾਰੀ ਠਾਕੁਰ ਪ੍ਰਿਥਵੀ ਸਿੰਘ ਦੇ ਪੈਰ ਫੜ ਕੇ ਰੋ ਪਈ ਸੀ। ਮਲਖਾਨ ਸਿੰਘ ਹਸਪਤਾਲੋਂ ਘਰ ਆ ਗਿਆ ਸੀ, ਪਰ ਚੁੱਪ ਦਾ ਚੁੱਪ ਮੰਜੀ ਉੱਤੇ ਪਿਆ ਰਹਿੰਦਾ। ਕਦੇ ਬੋਲਦਾ ਤਾਂ ਆਖਦਾ, ਹੰਸਾ ਮੋਤੀ ਦੀ ਜੋੜੀ ਟੁੱਟ ਜਾਏਗੀ, ਦੱਸੋ ਹੰਸਾ ਮੋਤੀ ਦੀ ਜੋੜੀ ਟੁੱਟ ਜਾਏਗੀ। ਤੇ ਮਲਖਾਨ ਦੀਆਂ ਅੱਗੇ ਜ਼ਿੰਦਗੀ ਦਾ ਉਹ ਦਿਨ ਫੈਲ ਜਾਂਦਾ ਤੇ ਮਲਖਾਨ ਦੀਆਂ ਅੱਖਾਂ ਅੱਗੇ ਜ਼ਿੰਦਗੀ ਦਾ ਉਹ ਦਿਨ ਫੈਲ ਜਾਂਦਾ ਜਦੋਂ ਚੰਦਨ ਨੂੰ ਚੜ੍ਹਦੀ ਜਵਾਨੀ ਵੇਲੇ ਮਲਖਾਨ ਵਾਂਗੂ ਖਾੜੇ 'ਚ ਜਾ ਕੇ ਕੁਸ਼ਤੀ ਸਿੱਖਣ ਦਾ ਸ਼ੌਕ ਆਇਆ ਸੀ। ਚੂਨੀਗਿਰ ਮਲਖਾਨ ਦਾ ਉਸਤਾਦ ਸੀ। ਉਹ ਨੌਸਿੱਖੀਏ ਚੰਦਨ ਦਾ ਦਿਲ ਰੱਖਣ ਲਈ ਮਲਖਾਨ ਨੂੰ ਇਸ਼ਾਰਾ ਕਰਦਾ ਤੇ ਮਲਖਾਨ ਕੁਸ਼ਤੀ ਦੇ ਦਾਅ ਪੇਚ ਸਿੱਖਦੇ ਚੰਦਨ ਕੋਲੋਂ ਉਸ ਘੜੀ ਅਚਾਨਕ ਹਾਰ ਜਾਂਦਾ ਤੇ ਜਦੋਂ ਚੰਦਨ ਨੂੰ ਬਾਜੀ ਹੱਥੋਂ ਗੁਆਚ ਰਹੀ ਜਾਪਦੀ ਹੁੰਦੀ ਤੇ ਖੁਸ਼ੀ ਨਾਲ ਚੰਦਨ ਦਾ ਦਿਲ ਵੱਡਾ ਹੋ ਜਾਂਦਾ। ਉਹ ਕਿਹਾ ਵੇਲਾ ਸੀ, ਮਲਖਾਨ ਸੋਚਦਾ ਕਿ ਉਹ ਜਾਣ ਕੇ ਬਾਜ਼ੀਆਂ ਹਾਰਦਾ ਰਿਹਾ ਤੇ ਚੰਦਨ ਨੂੰ ਜਿਤਾਉਂਦਾ ਰਿਹਾ, ਪਰ ਹੁਣ ਜਦੋਂ ਜ਼ਿੰਦਗੀ ਨੇ ਦੋਹਾਂ ਨੂੰ ਦਾਅ 'ਤੇ ਲਾ ਦਿੱਤਾ ਤਾਂ ਚੰਦਨ ਸੱਚੀ ਮੁੱਚੀ ਬਾਜ਼ੀ ਲੈ ਗਿਆ। ਉਹ ਮਲਖਾਨ ਨੂੰ ਹਾਰ ਤੋਂ ਬਚਾਉਣ ਲਈ ਕਹੇ ਜੇਰੇ ਨਾਲ ਹਾਰ ਗਿਆ। ਮਲਖਾਨ ਜਿਉਂਦਾ ਹੈ। ਮਲਖਾਨ ਨੂੰ ਇਹੋ ਗੱਲ ਅਜੀਬ ਲੱਗਦੀ ਤੇ ਉਹਦੀ ਜਿਉਂਦਿਆਂ ਚੰਦਨ ਦੇ ਪਿੱਛੇ ਪਿੱਛੇ ਲੱਗੀ ਹੋਈ ਮੌਤ ਸ਼ਹਿਰਾਂ ਵਿੱਚ ਵੀ ਪਹੁੰਚਦੀ ਪਈ ਹੈ, ਜੰਗਲਾਂ ਵਿੱਚ ਵੀ, ਤੇ ਮਲਖਾਨ ਕੁਝ ਨਹੀਂ ਕਰ ਸਕਦਾ। ਇਹ ਕਿਹੋ ਜਿਹਾ ਵੇਲਾ ਹੈ। ਮਲਖਾਨ ਦੇ ਦਿਲ ਨੂੰ ਡੋਬ ਪੈਂਦਾ ਜਦੋਂ ਜ਼ਿੰਦਗੀ ਹਾਰਦੀ ਪਈ ਏ ਤੇ ਮੌਤ ਜਿੱਤਦੀ ਪਈ ਏ। ਉੱਤੇ ਜ਼ਗੀਰਦਾਰੀ ਖਤਮ ਹੋ ਗਈ ਸੀ। ਪਹਿਲਾਂ ਠਾਕੁਰ ਪ੍ਰਿਥਵੀ ਸਿੰਘ ਨੇ 2 ਪਿੰਡ ਵੇਚ ਕੇ ਕੁਝ ਰੁਪਈਆ ਇਕੱਠਾ ਕੀਤਾ ਸੀ, ਜੋ ਹੁਣ ਤੱਕ ਕੁਝ ਗੁਜ਼ਾਰੇ 'ਚ ਵਰਤਿਆ ਗਿਆ ਸੀ। ਕੁਝ ਪੁਲਿਸ ਦੀ ਨਜ਼ਰ ਹੋ ਗਿਆ ਸੀ। ਹੁਣ ਸਰਕਾਰ ਨੇ ਜ਼ਗੀਰਦਾਰੀ ਦੇ ਖਾਤਮੇ ਵੇਲੇ ਕੁਝ ਬੌਂਡ ਦਿੱਤੇ ਸਨ, ਪਰ ਉਹ 15-15 ਵਰ੍ਹਿਆਂ ਦੀ ਮਿਆਦ ਦੇ ਸਨ, ਜਿਨ੍ਹਾਂ 'ਚੋਂ ਕੁਝ ਠਾਕਰ ਨੇ 30-35 ਰੁਪਏ 100 ਦੇ ਹਿਸਾਬ ਵੇਚ ਕੇ ਫਿਰ ਕੁਝ ਰੁਪਇਆ ਹੱਥ 'ਚ ਕੀਤਾ ਤੇ ਚੰਦਨ ਸਿੰਘ ਨੂੰ ਹਾਜ਼ਰ ਕਰਕੇ ਉਹ ਰੁਪਇਆ ਮੁਕੱਦਮੇ 'ਤੇ ਲਾਉਣ ਲਈ ਰੱਖ ਲਿਆ। ਪਰ ਚੰਦਨ ਸਿੰਘ ਦੀ ਕੋਈ ਸੂਹ ਨਹੀਂ ਸੀ ਪੈ ਰਹੀ। ਮਲਖਾਨ ਸਿੰਘ ਦੇ ਕਈ ਜ਼ਖਮ ਮਿਲ ਗਏ ਸਨ, ਪਰ ਇਹੋ ਇੱਕ ਨਹੀਂ ਸੀ ਮਿਲਦਾ। ਉਹਨੂੰ ਬਹੁਤ ਵੱਡਾ ਸੱਲ ਸੀ ਕਿ ਜਿਸ ਦਿਨ ਉਹ ਹੋਣੀ ਵਰਤੀ ਸੀ, ਉਸ ਦਿਨ ਉੱਤੋਂ ਚੰਦਨ ਕਾਹਨੂੰ ਆ ਗਿਆ ਸੀ। ਉਹਨੂੰ ਬਚਾਉਣ ਲਈ ਚੰਦਨ ਨੇ ਗੋਲੀ ਚਲਾਈ ਨਹੀਂ ਤਾਂ ਚੰਦਨ ਨੂੰ ਕਾਹਦਾ ਖਤਰਾ ਸੀ। ਤੇ ਚੰਦਨ ਦਾ ਇੰਜ ਜੰਗਲਾਂ 'ਚ ਮਾਰੇ ਫਿਰਨਾ ਉਹਨੂੰ ਅਸਲੋਂ ਆਪਣਾ ਦੋਸ਼ ਜਾਪਦਾ। ਠਕੁਰਾਇਣ ਦੀਆਂ ਰੋ ਅੱਖਾਂ ਰਹਿ ਗਈਆਂ ਸਨ। ਉੱਤੋਂ ਰਾਤਾਂ ਨੂੰ ਅੱਖ ਨਹੀਂ ਸੀ ਲੱਗਦੀ। ਉਹ ਨੀਂਦਰੇ ਨਾਲ ਅੱਖਾਂ ਦੀਆਂ ਗੰਨੀਆਂ ਹਰ ਵੇਲੇ ਸੁੱਜੀਆਂ ਰਹਿੰਦੀਆਂ। ਦਿਨ ਕੱਟਿਆ ਨਹੀਂ ਸਨ ਕੱਟਦੇ, ਪਰ ਰਾਤਾਂ ਫਿਰ ਵੀ ਭਿਆਨਕ ਸਨ। ਉਹਨੂੰ ਪਲੇ ਪਲੇ ਖੜਕਾ ਸੁਣਿਆ ਸੀ, ਕਦੇ ਇਸ ਬੂਹੇ ਵੱਲੋਂ ਕਦੇ ਉਸ ਬੂਹੇ ਵੱਲੋਂ। ਜਾਪਦਾ ਉਹਨੇ ਹੁਣੇ ਚੰਦਨ ਦੇ ਪੈਰਾਂ ਦਾ ਖੜਾਕ ਸੁਣਿਆ ਸੀ। ਹੁਣੇ ਬਾਰੀ ਦੇ ਸ਼ੀਸ਼ੇ ਉੱਤੇ ਉਹਨੇ ਚੰਦਨ ਦਾ ਹੱਥ ਵੇਖਿਆ ਸੀ। ਉਹ ਉੱਠਦੀ, ਬੂਹੇ ਖੋਲ੍ਹਦੀ, ਨਾਲੇ ਸਹਿਕਦੀ ਚੰਦਨ ਕਿਤੇ ਦਿਸ ਪਵੇ, ਨਾਲੇ ਡਰਦੀ ਚੰਦਨ ਕਿਤੇ ਇੱਧਰ ਨੂੰ ਨਾ ਆ ਨਿਕਲੇ। ਘਰ ਦੇ 24 ਪਾਸੇ ਪੁਲਿਸ ਦਾ ਪਹਿਰਾ ਸੀ, ਪਰ ਮਾਂ ਦੀਆਂ ਸੋਚਾਂ ਵਿੱਚੋਂ ਜੰਮਿਆ ਇੱਕ ਪਰਛਾਵਾਂ ਘਰ ਦੇ ਬੂਹੇ ਬਾਰੀਆਂ ਖੜਕਾਉਂਦਾ ਰਹਿੰਦਾ। ਕੋਈ ਨਹੀਂ ਜਾਣਦਾ ਚੰਦਨ ਸਿੰਘ ਨੇ ਜਦੋਂ ਢਾਕ ਦੇ ਜੰਗਲ 'ਚ
ਪਿੰਡਾ ਛੁਪਾਇਆ ਸੀ, ਉਹ ਗਊਆਂ ਬੈਲਾਂ ਦੇ ਚੋਰਾਂ ਦੀ ਰੱਖ 'ਚ ਜਾ ਵੜਿਆ ਸੀ। ਦੁੱਧ ਰੋਟੀ ਨਾਲ ਉਹਦਾ ਸਵਾਗਤ ਹੋਇਆ ਸੀ ਤੇ ਦਿਸਣ ਨੂੰ ਉਹ ਗਰੋਹ ਦੇ ਮੁਖੀਏ ਦਾ ਅਜਿਹਾ ਪ੍ਰਾਹੁਣਾ ਦਿਸਦਾ ਸੀ ਜਿਹਦੇ ਸੌਣ ਲਈ ਤੁਲਾਈ ਸੀ ਤੇ ਉੱਤੇ ਲੈਣ ਲਈ ਰੇਸ਼ਮੀ ਚਾਦਰ। ਪਰ ਚੰਦਰ ਨੇ ਛੇਤੀ ਤਾੜ ਲਿਆ ਸੀ ਕਿ ਉਹਦੇ ਸੁੱਤੇ ਪਏ ਉੱਤੇ ਵੀ ਮੁਖੀਏ ਦੀ ਬੰਦੂਕ ਤਣੀ ਰਹਿੰਦੀ ਹੈ। ਸ਼ਿਕਾਰ ਵਾਲੀ ਜਿਹੜੀ ਬੰਦੂਕ ਉਹ ਸੰਗ ਲਿਆਇਆ ਸੀ, ਉਹਨੇ ਮੁਖੀਏ ਦਾ ਵਿਸ਼ਵਾਸ ਜਿੱਤਣ ਲਈ ਉਹ ਬੰਦੂਕ ਮੁਖੀਏ ਦੇ ਹਵਾਲੇ ਕਰ ਦਿੱਤੀ ਸੀ। ਪਰ ਅੰਦਰੋਂ ਉਸ ਘੜੀ ਦੀ ਉਡੀਕ 'ਚ ਸੀ ਜਦੋਂ ਮੁਖੀਏ ਦਾ ਭਰੋਸਾ ਜਿੱਤ ਲਏ ਤੇ ਮਿੱਤਰ ਦੀ ਨਿਸ਼ਾਨੀ ਵਜੋਂ ਉਹਦੇ ਕੋਲੋਂ ਇੱਕ ਪਿਸਤੌਲ ਮੰਗ ਲਵੇ। ਹੁਣ ਉਹਨੂੰ ਬੰਦੂਕ ਦਾ ਨਹੀਂ, ਛੋਟੇ ਜਿਹੇ ਪਿਸਤੌਲ ਦਾ ਸਾਥ ਚਾਹੀਦਾ ਸੀ। ਸਰਵਣ ਮੁਖੀਏ ਨੂੰ ਚੰਦਨ ਸਿੰਘ ਨੇ ਜੋ ਹੋਇਆ ਵਾਪਰਿਆ ਸਭ ਦੱਸ ਦਿੱਤਾ ਸੀ ਤੇ ਮੁਖੀਏ ਦਾ ਮਨ ਲਲਚਾ ਗਿਆ ਸੀ ਕਿ ਅਜਿਹਾ ਨਿਸ਼ਾਨੇਬਾਜ਼ ਜੇ ਸਾਰੀ ਉਮਰ ਉਹਦੇ ਲਈ ਗਰੋਹ 'ਚ ਰਹੇ ਤਾਂ ਉਹਦੇ ਗਰੋਹ ਦੀ ਤਾਕਤ ਕਈ ਗੁਣਾ ਵੱਧ ਜਾਂਦੀ ਹੈ। ਤੇ ਮੁਖੀਆ ਜਾਣਦਾ ਸੀ ਇਹ ਜਗੀਰਦਾਰ ਭਾਵੇਂ ਹਾਲ ਦੇ ਹੱਥੋਂ ਝੰਬਿਆ ਹੋਇਆ ਸੀ, ਪਰ ਸਾਰੀ ਉਮਰ ਲਈ ਗਰੋਹ 'ਚ ਰਹਿਣ ਵਾਲਾ ਨਹੀਂ ਸੀ। ਉਹਦਾ ਪਿੱਛਾ ਵੀ ਤਗੜਾ ਸੀ ਤੇ ਜੋ ਕਿਸੇ ਦਿਨ ਸੋਨੇ ਚਾਂਦੀ ਦੇ ਬਲ 'ਤੇ ਉਹਦੇ ਲਈ ਕਾਨੂੰਨ ਨੂੰ ਖਰੀਦ ਸਕਦਾ ਸੀ। ਤੇ ਉਂਝ ਵੀ ਭਾਵੇਂ ਉਹਦੇ ਹੱਥੋਂ 5 ਕਤਲ ਹੋਏ ਸਨ, ਪਰ ਉਹ ਕਤਲ ਦੀ ਖਾਤਰ ਨਹੀਂ ਸੀ ਹੋਏ। ਹਮਲਾ ਤਾਂ ਦੂਜੀ ਗੜੀ ਵਾਲਿਆਂ ਨੇ ਕੀਤਾ ਸੀ ਤੇ ਇਹਨੇ ਸਿਰਫ ਆਪਣੇ ਬਚਾਅ ਲਈ ਗੋਲੀਆਂ ਚਲਾਈਆਂ। ਤੇ ਜੇ ਗਵਾਹੀਆਂ ਸੱਚੀ ਮੁੱਚੀ ਸਿੱਧੀਆਂ ਪੈ ਗਈਆਂ ਤਾਂ ਇਹ ਸਿੱਧੇ ਹੱਥੀਂ ਵੀ ਕਾਨੂੰਨ ਕੋਲੋਂ ਬਚ ਸਕਦਾ ਸੀ। ਸੋ ਮੁਖੀਆ ਸੋਚਦਾ ਸੀ ਕਿਵੇਂ ਨਾ ਕਿਵੇਂ ਇਹਦੇ ਹੱਥੋਂ ਕਿਸੇ ਪੁਲਸੀਏ ਦਾ ਜਾਂ ਕਿਸੇ ਹੋਰ ਦਾ ਖੂਨ ਕਰਵਾ ਕੇ ਇਹਨੂੰ ਹਮੇਸ਼ਾ ਲਈ ਦਾਗੀ ਕਰ ਦੇਵੇ। ਸੋ ਜਿਸ ਦਿਨ ਚੰਦਨ ਸਿੰਘ ਨੇ ਮੁਖੀਏ ਨਾਲ ਇੱਕ ਪਿਸਤੌਲ ਦੀ ਗੱਲ ਕੀਤੀ, ਮੁਖੀਆ ਖੁਸ਼ੀ ਨਾਲ ਮੰਨ ਗਿਆ। ਇਹ ਉਹ ਸਰਵਣ ਮੁਖੀਏ ਦੀ ਪਿਸਤੌਲ ਸੀ ਜਿਹਨੂੰ ਲੈ ਕੇ ਇੱਕ ਦਿਨ ਚੰਦਨ ਸਿੰਘ ਸ਼ਹਿਰ ਦੇ ਹਸਪਤਾਲ 'ਚ ਆਪਣੇ ਭਰਾ ਨੂੰ ਵੇਖਣ ਆਇਆ ਸੀ। ਪਰ ਅਜੇ ਤੱਕ ਚੰਦਨ ਸਿੰਘ ਨੇ ਮੁਖੀਏ ਦੀ ਕਿਸੇ ਕਾਰਗੁਜ਼ਾਰੀ 'ਚ ਉਹਦਾ ਸਾਥ ਨਹੀਂ ਸੀ ਦਿੱਤਾ। ਸਰਵਣ ਮੁਖੀਆ ਚੁੱਪ ਸੀ ਪਰ ਵੇਲੇ ਦੀ ਤਾੜ 'ਚ ਸੀ। ਚਿਰ ਹੋਇਆ ਢਾਕ ਦੇ ਜੰਗਲ ਤੋਂ ਪਰਾਂ ਇੱਕ ਉੜੀਆ ਬਾਬਾ ਆਇਆ ਸੀ ਜਿਹਨੇ ਲੋਕਾਂ ਦੇ ਖੇਤ ਪੈਲੀਆਂ ਬਚਾਉਣ ਲਈ ਗੰਗਾ ਦਾ ਬੰਨ੍ਹ ਬਣਵਾਇਆ ਸੀ ਤੇ ਉਦੋਂ ਤੋਂ ਲੋਕ ਉੜੀਆ ਬਾਬਾ ਨੂੰ ਪੂਜਦੇ ਸਨ। ਫਿਰ ਉੜੀਆ ਬਾਬਾ ਦੀ ਮੌਤ ਦੀ ਖਬਰ ਵੀ ਸੁਣੀ ਤੇ ਲੋਕਾਂ ਨੇ ਉਹਦੇ ਨਾਂ 'ਤੇ ਕ੍ਰਿਸ਼ਨ ਪੂਜਾ ਸ਼ੁਰੂ ਕਰ ਦਿੱਤੀ ਸੀ। ਪਰ ਇਹਨਾਂ ਦਿਨਾਂ 'ਚ ਖਬਰ ਪਹੁੰਚੀ ਕਿ ਉੜੀਆ ਬਾਬਾ ਦਾ ਇੱਕ ਚੇਲਾ ਹਰੀਹਰ ਬਾਬਾ ਆਇਆ ਹੈ, ਜਿਹਦੇ ਦਰਸ਼ਨਾਂ ਲਈ ਲੋਕ ਪਿੰਡਾਂ ਤੋਂ ਵਹੀਰਾਂ ਬੰਨ੍ਹ ਕੇ ਆ ਰਹੇ ਹਨ। ਗਊਆਂ ਮੱਝਾਂ ਨੂੰ ਚਰਾਉਣ ਦਾ ਵੀ ਇਹ ਕੀਮਤੀ ਵੇਲਾ ਸੀ। ਮੁਖੀਏ ਨੇ ਆਪਣੇ ਲੋਕ ਇਹਦੇ ਲਈ ਤਿਆਰ ਕੀਤੇ ਤੇ ਇੱਕ ਕੰਮ ਚੰਦਨ ਸਿੰਘ ਦੇ ਜਿੰਮੇ ਵੀ ਲਾ ਦਿੱਤਾ। ਐਵੇਂ ਹਾਸੇ ਠੱਠੇ ਵਿੱਚ ਤੇ ਚੰਦਨ ਸਿੰਘ ਨੂੰ ਕਿਸੇ ਥਾਂ ਤੋਂ ਦਾਗੀ ਕਰਨ ਲਈ ਆਖਿਆ, ਬਈ ਚੰਦਨ ਯਾਰ, ਹਰੀਹਰ ਬਾਬਾ ਕੀਰਤਨੀਆਂ ਸੁਣੀਂਦਾ, ਬਸ ਉਹਦਾ ਛੈਣਾ ਮਜੀਰਾ ਚੁੱਕ ਲਿਆ, ਜੰਗਲ 'ਚ ਕੁਝ ਮੌਜ ਮੇਲਾ ਹੀ ਰਹੇਗਾ। ਮੁਖੀਆ ਚੰਦਨ ਸਿੰਘ ਦੇ ਹੱਥੋਂ ਕੋਈ ਵੱਡਾ ਕਾਰਾ ਕਰਵਾਉਣ ਤੋਂ ਪਹਿਲਾਂ ਇਹ ਛੋਟਾ ਜਿਹਾ ਕੁਝ ਕਰਵਾ ਕੇ ਉਹਨੂੰ ਜਗੀਰਦਾਰੀ ਦੇ ਆਸਣ ਤੋਂ ਲਾਹ ਕੇ ਆਪਣੇ ਨਾਲ ਰਲਾਉਣਾ ਚਾਹੁੰਦਾ ਸੀ। ਪਰ ਚੰਦਨ ਸਿੰਘ ਨੇ ਉਹਦੀ ਨੀਅਤ ਬੁੱਝ ਲਈ ਸੀ, ਪਰ ਆਖਿਆ ਕੁਝ ਨਹੀਂ। ਹਾਮੀ ਜਿਹੀ ਵੀ ਭਰ ਦਿੱਤੀ, ਪਰ ਸਾਰੀ ਰਾਤ ਸੌਂ ਨਾ ਸਕਿਆ। ਜਿਹੜਾ ਖੂਨ ਉਹਦੇ ਮੱਥੇ ਲੱਗਾ ਹੋਇਆ ਸੀ, ਚੰਦਨ ਸਿੰਘ ਉਹਦੇ ਤੋਂ ਸ਼ਰਮਿੰਦਾ ਨਹੀਂ ਸੀ, ਸਗੋਂ ਕਿਤੇ ਮਨ 'ਚ ਉਹਨੂੰ ਆਪਣੇ ਬਹਾਦਰ ਮੱਥੇ ਉੱਤੇ ਉਹ ਤਿਲਕ ਵਾਂਗ ਲੱਗਦਾ ਸੀ। ਪਰ ਇਹ ਕੰਮ ਜੋ ਸਰਵਣ ਮੁਖੀਆ ਆਖਦਾ ਸੀ, ਉਹਨੂੰ ਚੋਰ ਉਚੱਕਿਆਂ ਦਾ ਕੰਮ ਲੱਗਦਾ ਸੀ। ਉਹਦਾ ਮਨ ਕਚਿਆ ਗਿਆ। ਮਨ ਵਿੱਚ ਕਿਸੇ ਥਾਂ ਇਹ ਵੀ ਸੀ ਕਿ ਉਹਨੇ ਇੱਕ ਦਿਨ ਰੱਬ ਨੂੰ ਤਾਂ ਪਤਾ ਨਹੀਂ, ਪਰ ਬੇਣੂ ਨੂੰ ਸਾਰਾ ਹਿਸਾਬ ਦੇਣਾ ਹੈ। ਇਸੇ ਲਈ ਉਹਨੇ ਆਉਂਦਿਆਂ ਮੁਖੀਏ ਤੋਂ ਇੱਕ ਬੰਦਾ ਮੰਗ ਕੇ ਲੌਂਗਵਤੀ ਦੇ ਸਹੁਰੇ ਪਿੰਡ ਭੇਜ ਕੇ ਬੇਣੂ ਦਾ ਨਾਂ ਨਹੀਂ ਸੀ ਲਿਆ, ਪਰ ਬੇਣੂ ਵਾਸਤੇ ਸੁਨੋਇਆ ਭਿਜਵਾਇਆ ਸੀ। ਚੰਦਨ ਸਿੰਘ ਨੇ 5 ਕਤਲ ਕੀਤੇ ਹੈ ਵੇਲਾ ਪੈਣ 'ਤੇ, ਪਰ ਨੀਲ ਸਰਾਂ ਦੀ ਮੁਰਗਾਬੀ ਨਹੀਂ ਮਾਰੀ। ਚੰਦਨ ਸਿੰਘ ਨੂੰ ਸੁੱਤਿਆਂ ਬੈਠਿਆਂ ਜੇ ਠਕੁਰਾਇਣ ਮਾਂ ਦੀ ਮਮਤਾ ਦਾ ਚੀਰ ਪੈਂਦਾ ਸੀ ਤਾਂ ਬੇਣੂ ਦਾ ਮੋਹ ਵੀ ਜਾਗ ਕੇ ਉਹਦੇ ਅੰਦਰ ਵਿੰਨ ਜਾਂਦਾ ਸੀ। ਤੇ ਹੁਣ ਹਰੀਹਰ ਬਾਬਾ ਦੇ ਛੈਣਿਆਂ ਮਜੀਰਿਆਂ ਦੀ ਚੋਰੀ। ਚੰਦਨ ਦਾ ਖਾਧਾ ਪੀਤਾ ਮੂੰਹ ਨੂੰ ਆਉਣ ਲੱਗ ਪਿਆ। ਇੱਕ ਸੋਚ ਇਹ ਵੀ ਆਉਣ ਲੱਗ ਪਈ, ਭਲਾ ਜੇ ਮੈਂ ਉੱਥੋਂ ਨਾ ਨੱਸਦਾ, ਉਸੇ ਤਰ੍ਹਾਂ ਹੱਥ 'ਚ ਬੰਦੂਕ ਫੜੀ ਥਾਣੇ ਬਹਿ ਜਾਂਦਾ, ਮੁਕੱਦਮਾ ਹੀ ਚੱਲਣਾ ਸੀ, ਹੋਰ ਕੀ ਹੋਣਾ ਸੀ। ਚਿੱਟੇ ਦਿਓਂ ਦੀ ਗਵਾਹੀ ਸੀ, ਹਮਲਾ ਤਾਂ ਸਾਡੀ ਗੜੀ 'ਤੇ ਹੋਇਆ ਸੀ ਤੇ ਮੈਂ ਕਿਹੜਾ ਦੁਸ਼ਮਣਾਂ ਨੂੰ ਉਹਨਾਂ ਦੇ ਘਰ ਮਾਰਨ ਗਿਆ ਸੀ। ਪਰ ਤੱਤੇ ਤਾਂ ਜੋ ਵੀ ਹੋ ਗਿਆ ਸੀ ਹੋ ਗਿਆ ਸੀ, ਉਹ ਦੂਰ ਦੀ ਸੋਚ ਨਹੀਂ ਸੀ। ਪਰ ਚੰਦਨ ਸਿੰਘ ਹੁਣ ਉਸ ਘੜੀ ਨੂੰ ਪਰਤਾ ਨਹੀਂ ਸੀ ਸਕਦਾ ਤੇ ਉਹਦੇ ਮਨ ਨੂੰ ਇੱਕ ਹੋਰ ਡੋਬ ਪੈਣ ਲੱਗਾ। ਮੈਂ ਨਿਰਦੋਸ਼ ਹਾਂ, ਪਰ ਆਖਰ ਤਾਂ ਨੀਲ ਸਰਾਂ ਦੀ ਮੁਰਗਾਬੀ ਗੋਲੀ ਨਾਲ ਵਿੰਨੀ ਗਈ। ਹੁਣ ਤੱਕ ਬੇਣੂ ਖੌਰੇ ਕਿਹਦੇ ਘਰ ਵਸਦੀ ਹੋਏਗੀ। ਤੇ ਉਸ ਰਾਤ ਚੰਦਨ ਸਿੰਘ ਦੇ ਮੱਥੇ ਤਰਾਟ ਪਈ। ਜਿਉਣ ਲਈ ਜਿਹੜੇ ਰਾਹ ਭੱਜਿਆ ਸੀ, ਉਸੇ ਰਾਹੋਂ ਬੇਣੂ ਨਿਖੜ ਗਈ।
ਤੇ ਚੰਦਨ ਸਿੰਘ ਨੂੰ ਜਿਉਣ ਦਾ ਇਹ ਰਾਹ ਅਕਾਰਥ ਲੱਗਣ ਲੱਗ ਪਿਆ। ਮਨ 'ਚ ਆਇਆ ਜੰਗਲਾਂ 'ਚ ਭਟਕ ਕੇ ਮਰਨ ਨਾਲੋਂ ਜੇਲ੍ਹ 'ਚ ਜਾ ਕੇ ਮਰ ਜਾਵਾਂ। ਹਨੇਰੇ ਦੀ ਇੱਕ ਗੁੱਠੇ ਬੈਠ ਕੇ ਤਾਂ ਚਾਨਣ ਵੀ ਚੋਰੀ ਦਾ ਹੈ। ਤੇ ਸਭ ਜਾਣਦੇ ਹਨ ਜਿਸ ਪੁਲਸੀਏ ਦੀ ਤ੍ਰਿਵੇਣੀ ਉੱਤੇ ਮਾੜੀ ਨਜ਼ਰ ਸੀ ਉਹ ਵੇਲਾ ਤਾੜ ਕੇ ਇੱਕ ਦਿਨ ਉਸੇ ਵੇਲੇ ਗੰਗਾ ਦੇ ਘਰ ਆ ਗਿਆ ਜਿਸ ਵੇਲੇ ਗੰਗਾ ਘਰ ਨਹੀਂ ਸੀ। ਤੇ ਪੁਲਸੀਏ ਨੂੰ ਬੂਹਾ ਖੋਲ੍ਹ ਕੇ ਪਛਤਾਅ 'ਚ ਤ੍ਰਿਵੇਣੀ ਦੀ ਚੀਕ ਨਿਕਲ ਗਈ ਸੀ। ਹੱਥੋਂ ਪਾਈ 'ਚ ਤ੍ਰਿਵੇਣੀ ਦੇ ਕੱਪੜੇ ਲੀਰਾਂ ਸਨ ਤੇ ਬੂਹੇ ਦੀ ਕੁੰਡੀ 'ਚ ਤ੍ਰਿਵੇਣੀ ਦੀਆਂ ਚੀਕਾਂ ਅੜੀਆਂ ਹੋਈਆਂ ਸਨ। ਜਿਸ ਵੇਲੇ ਬੂਹੇ ਨੂੰ ਬਾਹਰੋਂ ਦੀ ਲੱਤ ਵੱਜੀ ਸੀ ਤੇ ਬੂਹੇ ਦੇ ਟੁੱਟੇ ਤਖਤੇ ਨੂੰ ਪਰਾਂ ਸੁੱਟ ਕੇ ਚੰਦਨ ਸਿੰਘ ਆ ਪਹੁੰਚਿਆ ਸੀ। ਹੁਣ ਹੱਥੋਂ ਪਾਈ ਤ੍ਰਿਵੇਣੀ ਦੀ ਨਹੀਂ ਸੀ, ਚੰਦਨ ਦੀ ਤੇ ਪੁਲਸੀਏ ਦੀ ਸੀ। ਇੱਕ ਬਿੰਦ ਚੰਦਨ ਸਿੰਘ ਨੂੰ ਪਛਤਾਅ ਆਇਆ ਕਿ ਆਉਂਦੀ ਵਾਰ ਉਹ ਸਰਵਣ ਮੁਖੀਏ ਦਾ ਪਿਸਤੌਲ ਕਾਹਨੂੰ ਛੱਡ ਆਇਆ। ਉਹ ਭਾਵੇਂ ਪੁਲਿਸ ਅੱਗੇ ਹਾਜ਼ਰ ਹੋਣ ਲਈ ਆਇਆ ਸੀ ਪਰ ਰਾਹ ਖਹਿੜੇ ਲਈ ਹੱਥ 'ਚ ਹਥਿਆਰ ਤਾਂ ਲਈ ਆਉਂਦਾ। ਪਰ ਦੂਜੇ ਬਿੰਦ ਚੰਦਨ ਸਿੰਘ ਨੂੰ ਗਨੀਮਤ ਜਾਪੀ ਕਿ ਇਸ ਵੇਲੇ ਉਹਦੇ ਹੱਥ 'ਚ ਪਿਸਤੌਲ ਨਹੀਂ ਸੀ, ਨਹੀਂ ਤਾਂ ਇੱਕ ਖੂਨ ਹੋਰ ਉਹਦੇ ਸਿਰ ਚੜ੍ਹ ਜਾਂਦਾ। ਇੱਕ ਪੁਲਸੀਏ ਨੂੰ ਧਰ ਦਬੋਚਣ ਲਈ ਚੰਦਨ ਸਿੰਘ ਬਥੇਰਾ ਤਗੜਾ ਸੀ। ਉਂਝ ਵੀ ਪੁਲਸੀਏ ਦੇ ਮੱਥੇ ਦੋਸ਼ ਥੱਪਦੀ ਇੱਕ ਨੰਗੀ ਗਵਾਹੀ ਸਾਹਮਣੇ ਖਲੋਤੀ ਸੀ ਜਿਹਦਾ ਭੈ ਉਹਨੂੰ ਅੰਦਰੋਂ ਦੀ ਵੱਢਦਾ ਪਿਆ ਸੀ। ਚੰਦਨ ਸਿੰਘ ਦੀ ਲੱਤ ਨੂੰ ਮੰਜੀ ਦੇ ਪਾਵੇ ਦੀ ਕਾਰੀ ਸੱਟ ਲੱਗੀ ਪਰ ਉਹਨੇ ਛੇਤੀ ਉਸ ਪੁਲਸੀਏ ਨੂੰ ਬੰਨ੍ਹ ਨੂੜ ਕੇ ਗੁੱਠੇ ਪਾ ਦਿੱਤਾ। ਇੰਨੇ ਨੂੰ ਗੰਗਾ ਆ ਗਈ ਜੋ ਹਾਲੋਂ ਬੇਹਾਲ ਤ੍ਰਿਵੇਣੀ ਦੇ ਮੂੰਹੋਂ ਜੋ ਹੋਇਆ ਸੀ ਸੁਣ ਕੇ ਸਿਰ ਫੜ ਕੇ ਬਹਿ ਗਈ। ਜਾ ਗੰਗਾ ਮਾਂ, ਉੱਠ, ਥਾਣੇ ਖਬਰ ਕਰ ਦੇ। ਚੰਦਨ ਸਿੰਘ ਨੇ ਗੰਗਾ ਨੂੰ ਧੀਰਜ ਦਿੱਤਾ। ਨਾ ਪੁੱਤਰ, ਇਹ ਮੈਂ ਨਹੀਂ ਕਰਨਾ। ਤੂੰ ਮੇਰੀ ਧੀ ਦੀ ਇੱਜ਼ਤ ਬਚਾਈ, ਤੈਨੂੰ ਕਿਵੇਂ ਥਾਣੇ ਦੇ ਦਿਆਂ। ਗੰਗਾ ਰੋਣ ਲੱਗ ਪਈ। ਤੇ ਆਹ ਜਿਹੜਾ ਮੁਰਦਾਰ ਅੱਖਾਂ ਪਾੜ ਕੇ ਬੈਠਾ ਹੋਇਆ ਇਹਦਾ ਕੀ ਕਰਨਾ। ਚੰਦਨ ਸਿੰਘ ਨੇ ਬੰਨੇ ਨੂੜੇ ਸਿਪਾਹੀ ਵੱਲ ਹੱਥ ਕੀਤਾ। ਇਹਨੂੰ ਕਿਸੇ ਖੂਹ ਖਾਤੇ ਸੁੱਟ ਦੇ ਤੇ ਤੂੰ ਬਚ ਕੇ ਨਿਕਲ ਜਾ। ਗੰਗਾ ਵਿਲਕਣ ਲੱਗ ਪਈ। ਨਹੀਂ ਗੰਗਾ ਮਾਂ, ਅੱਜ ਚੰਦਨ ਸਿੰਘ ਦੇ ਸਾਹਮਣੇ ਆਪਣਾ ਰਾਹ ਮਿੱਥਿਆ ਹੋਇਆ ਸੀ। ਆਖਣ ਲੱਗਾ ਮੈਂ ਅੱਜ ਭੱਜਣ ਵਾਸਤੇ ਨਹੀਂ ਆਇਆ, ਜੋ ਕੀਤਾ ਉਹਨੂੰ ਨਜਿੱਠਾਂਗਾ, ਇਸੇ ਲਈ ਆਇਆ। ਸਿੱਧਾ ਥਾਣੇ ਚੱਲਿਆ ਸੀ ਪਰ ਰਾਹ 'ਚ ਤੈਨੂੰ ਕਹਿਣ ਆ ਗਿਆ ਜਾ ਕੇ ਮੇਰੇ ਮਾਂ ਪਿਓ ਨੂੰ ਖਬਰ ਦੇ ਦੇ। ਤੇ ਚੰਦਨ ਸਿੰਘ ਨੇ ਮੰਜੀ ਦੇ ਪਾਵੇ ਕੋਲ ਥੁੱਕ ਕੇ ਆਖਿਆ, ਇਸ ਕੁੱਤੇ ਦੀ ਜੂਨ ਨੂੰ ਮੈਂ ਇਸੇ ਲਈ ਜਾਨੋਂ ਨਹੀਂ ਮਾਰਿਆ ਵੀ ਇਹਦੇ ਗੰਦੇ ਖੂਨ ਨਾਲ ਕਾਹਨੂੰ ਆਪਣੇ ਹੱਥ ਲਬੇੜਾਂ। ਆਪੇ ਇਹਦੇ ਲੱਗਦੇ ਇਹਦੇ ਨਾਲ ਨਜਿੱਠਣਗੇ। ਗੰਗਾ ਨੇ ਆਪਣੇ ਉੱਤੇ ਤੇ ਠਾਕੁਰ ਠਕਰਾਇਣ ਉੱਤੇ ਹੁੰਦੀ ਪੁਲਿਸ ਦੀ ਸਖਤੀ ਸੁਣਾਈ ਪਰ ਅਜੇ ਵੀ ਉਹਦਾ ਮਨ ਨਹੀਂ ਸੀ ਮੰਨਦਾ ਕਿ ਚੰਦਨ ਸਿੰਘ ਥਾਣੇ ਹਾਜ਼ਰ ਹੋ ਜਾਏ। ਮੇਰੇ ਬੁੱਢੇ ਮਾਂ ਪਿਓ ਕਿੰਨਾ ਚਿਰ ਸਖਤੀਆਂ ਸਹਿਣਗੇ। ਮੈਂ ਇੱਕ ਵਾਰੀ ਹਾਜ਼ਰ ਹੋ ਜਾਵਾਂ, ਉਹ ਬਚ ਜਾਣਗੇ। ਚੰਦਨ ਸਿੰਘ ਨੇ ਫਿਰ ਗੰਗਾ ਨੂੰ ਸਮਝਾਇਆ ਤੇ ਆਖਿਆ, ਜਾਣ ਨੂੰ ਤਾਂ ਮੈਂ ਆਪੇ ਹੀ ਥਾਣੇ ਚਲਾ ਜਾਵਾਂ। ਤੈਨੂੰ ਇਸ ਲਈ ਆਖਿਆ ਕਿ ਸਰਕਾਰ ਨੇ ਮੈਨੂੰ ਲੱਭਣ ਦੇ 5000 ਰੁਪਏ ਦੇਣੇ ਨੇ। ਉਹ ਕਾਹਨੂੰ ਐਵੇਂ ਜਾਣ, ਉਹ ਤੈਨੂੰ ਮਿਲ ਜਾਣ ਤਾਂ ਮੈਨੂੰ ਤਸੱਲੀ ਹੋਏਗੀ। ਹਾਏ ਰਾਮ, ਗੰਗਾ ਦੇ ਮੂੰਹੋਂ ਨਿਕਲਿਆ ਤੇ ਉਹਨੇ ਕੰਨਾਂ 'ਤੇ ਹੱਥ ਧਰ ਲਏ। ਆਖਣ ਲੱਗੀ, ਇਹ ਤਾਂ ਸੁਣਿਆ ਵੀ ਮੈਨੂੰ ਪਾਪ ਲੱਗਦਾ ਪੁੱਤਰਾ, ਤੈਨੂੰ ਵੇਚ ਕੇ ਉਸ ਰੁਪਈਏ ਦੀ ਰੋਟੀ ਖਾਵਾਂਗੀ। ਚੰਦਨ ਸਿੰਘ ਦੇ ਮਨ 'ਚ ਪਿਛਲੇ ਦਿਨਾਂ ਦਾ ਉਹ ਚੇਤਾ ਆਇਆ ਜੋ ਉਹਨੇ ਸਰਵਣ ਮੁਖੀਏ ਦੇ ਮੂੰਹ ਤੋਂ ਪੜ੍ਹ ਲਿਆ ਸੀ। ਸਾਲਾ ਕਿੰਨੇ ਦਿਨ ਸਾਡੇ ਨਾਲ ਨਹੀਂ ਰਲਦਾ, ਬਹੁਤਾ ਚੱਤਾ ਕਰੇਗਾ ਤਾਂ ਥਾਣੇ ਦੇ ਕੇ 5000 ਤਾਂ ਵੱਟਾਂਗੇ। ਤੇ ਚੰਦਨ ਸਿੰਘ ਦਾ ਮਨ ਗੰਗਾ ਵਾਸਤੇ ਪੰਘਰ ਪਿਆ। ਗੰਗਾ ਨੇ ਹੱਥ ਬੰਨੇ ਸਨ। ਪੁਲਿਸ ਨੂੰ ਖਬਰ ਹੋਈ ਤਾਂ ਗੱਲ ਸ਼ਹਿਰ 'ਚ ਫੈਲ ਜਾਏਗੀ। ਮੇਰੀ ਕੁਆਰੀ ਧੀ ਕਚਹਿਰੀ ਚੜ੍ਹੇਗੀ ਗਵਾਹੀ ਲਈ ਤੇ ਫਿਰ ਮੇਰੀ ਧੀ ਨੂੰ ਕੌਣ ਵਿਆਹੇਗਾ। ਉਹ ਤਾਂ ਘਰ ਘਰ ਨਸ਼ਰ ਹੋ ਜਾਏਗੀ। ਚੰਦਨ ਸਿੰਘ ਨੇ ਕਿੰਨਾ ਚਿਰ ਸਿਰ ਥੰਮੀ ਰੱਖਿਆ। ਇਹ ਸੱਚ ਸੀ ਕਿ ਪੁਲਸੀਏ ਦਾ ਦੋਸ਼ ਸਾਬਤ ਕਰਨ ਲਈ ਤ੍ਰਿਵੇਣੀ ਦੀ ਗਵਾਹੀ ਜ਼ਰੂਰੀ ਸੀ ਤੇ ਆਖਰ ਮੱਥੇ 'ਤੇ ਲਿਖੀ ਤਕਦੀਰ ਵਾਂਗ ਚੰਦਨ ਸਿੰਘ ਨੇ ਸਿਰ ਉੱਚਾ ਕਰਕੇ ਗੰਗਾ ਵੱਲ ਵੇਖਿਆ ਤੇ ਆਖਿਆ, ਗੰਗਾ ਮਾਂ, ਤੇਰੇ ਨਾਲ ਕੌਲ ਕੀਤਾ। ਮੈਂ ਜਦੋਂ ਜੇਲ੍ਹ 'ਚੋਂ ਛੁੱਟਾਂਗਾ ਆ ਕੇ ਤੇਰੀ ਧੀ ਨਾਲ ਵਿਆਹ ਕਰਾਂਗਾ। ਤੇ ਸਭ ਜਾਣਦੇ ਹਨ ਉਸ ਦਿਨ ਚੰਦਨ ਸਿੰਘ ਨੇ ਥਾਣੇ ਜਾ ਕੇ ਆਪਣਾ ਆਪ ਹਾਜ਼ਰ ਕਰ ਦਿੱਤਾ। ਪਰ ਕੋਈ ਨਹੀਂ ਜਾਣਦਾ। ਇਹ ਖਬਰ ਜਦੋਂ ਪਿੰਡਾਂ ਸ਼ਹਿਰਾਂ 'ਚ ਧੁੰਮ ਗਈ, ਅਫਵਾਹ ਫੈਲ ਗਈ ਕਿ ਅੱਬਲ ਤਾਂ ਚੰਦਨ ਸਿੰਘ ਨੂੰ ਫਾਂਸੀ ਲੱਗੇਗੀ, ਨਹੀਂ ਤਾਂ ਉਮਰ ਕੈਦ ਹੋਏਗੀ, ਤਾਂ ਬੇਣੂ ਦੇ ਦਿਲ 'ਚ ਕੀ ਵਲੇਟ ਪਏ ਸਨ। ਲੌਂਗਵਤੀ ਦਾ ਵਿਆਹ ਬਹੁਤ ਛੋਟੀ ਉਮਰੇ ਹੋਇਆ ਸੀ ਪਰ ਉਹ ਕਈ ਮਹੀਨੇ ਪੇਕੇ ਰਹਿੰਦੀ, ਕਈ ਮਹੀਨੇ ਸਹੁਰੇ, ਪਰ ਵਰ੍ਹਿਆਂ ਬੱਧੀ ਆਪਣੇ ਮਰਦ ਤੋਂ ਇਕੱਲੀ ਰਹੀ ਸੀ। ਉਹ ਸ਼ਹਿਰ ਦੇ ਕਾਲਜ ਪੜ੍ਹਦਾ ਅਜੇ ਛੋਟੀ ਉਮਰ ਦਾ ਸੀ ਜਦੋਂ ਵਿਆਹ ਹੋਇਆ ਸੀ। ਪਰ ਹੁਣ ਉਹ ਵਕਾਲਤ ਪਾਸ ਕਰਕੇ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ 'ਚ ਵਕਾਲਤ ਕਰਦਾ ਸੀ ਤੇ ਲੌਂਗਵਤੀ ਹੁਣ ਬੇਣੂ ਤੋਂ ਕੋਈ 300 ਮੀਲ ਦੀ ਵਿੱਥ 'ਤੇ ਸੀ।
ਪਿਛਲੇ ਕਈ ਚਿਰ ਤੋਂ ਬੇਣੂ ਦਾ ਲੌਂਗਵਤੀ ਨਾਲ ਮੇਲ ਨਹੀਂ ਸੀ ਹੋਇਆ। ਉਹ ਜਦੋਂ ਵੀ ਕਦੇ ਪਿੰਡ ਆਪਣੇ ਪੇਕੇ ਜਾਂਦੀ ਸੀ, ਲੌਂਗਵਤੀ ਉੱਥੇ ਨਹੀਂ ਸੀ ਹੁੰਦੀ। ਇੱਕ ਵਾਰੀ ਮਸਾਂ ਅੱਧੀ ਦਿਹਾੜੀ ਮੇਲ ਹੋਇਆ ਸੀ। ਬੇਣੂ ਅਜੇ ਪਿੰਡੋਂ ਪੈਰ ਹੀ ਕੱਢਣ ਲੱਗੀ ਸੀ, ਲੌਂਗਵਤੀ ਆ ਪਹੁੰਚੀ। ਪਰ ਹੁਣ ਬੇਣੂ ਨੂੰ ਇੱਕੋ ਲਿਲਕ ਲੱਗੀ, ਕਿਵੇਂ ਲੌਂਗਵਤੀ ਮਿਲੇ ਤੇ ਉਹ ਲੌਂਗਵਤੀ ਦੇ ਵਕੀਲ ਪਤੀ ਨੂੰ ਚੰਦਨ ਸਿੰਘ ਦੇ ਬਚਾਅ ਲਈ ਕੋਈ ਹੀਲਾ ਕਰਨ ਵਾਸਤੇ ਆਖੇ। ਬੇਣੂ ਨੂੰ ਪਤਾ ਸੀ ਠਾਕਰ ਪ੍ਰਿਥਵੀ ਸਿੰਘ ਉਹਦੇ ਬਚਾਅ ਲਈ ਧਨ ਦੌਲਤ ਵੀ ਰੋੜ ਦੇਣਗੇ ਤੇ ਵੱਡੇ ਲੋਕਾਂ ਦੀਆਂ ਸਿਫਾਰਸ਼ਾਂ ਵੀ ਜੋੜਨਗੇ। ਪਰ ਕਿੰਨੇ ਵੀ ਹੀਲੇ ਹੋਣ, ਉਹ ਮਨ ਨੂੰ ਹਮੇਸ਼ਾ ਥੋੜ੍ਹੇ ਜਾਪਦੇ ਸਨ। ਤੇ ਦੂਜੀ ਗੱਲ ਬੇਣੂ ਦੇ ਮਨ 'ਚ ਇੱਕ ਹੋਰ ਆਈ। ਇੱਕ ਵਾਰੀ ਗੱਲਾਂ ਕਰਦਿਆਂ ਲੌਂਗਵਤੀ ਨੇ ਸੁਭਾਅ ਕੇ ਆਖਿਆ ਸੀ ਕਿ ਦਤੀਆ ਜ਼ਿਲ੍ਹੇ 'ਚ ਇੱਕ ਨਦੀ ਵਗਦੀ ਹੈ, ਜਿਹਦੇ ਪਾਣੀਆਂ 'ਚ ਨਹਾ ਕੇ ਜੋ ਮੁਰਾਦ ਮੰਗੀਏ ਪੂਰੀ ਹੁੰਦੀ ਹੈ। ਭਾਵੇਂ ਉਦੋਂ ਬੇਣੂ ਨੇ ਟੁੱਟੇ ਮਨ ਨਾਲ ਆਖਿਆ ਸੀ, ਮੈਨੂੰ ਕੀ ਹੁਣ, ਮੈਂ ਕਿਹੜੀ ਮੁਰਾਦ ਮੰਗਣੀ ਹੈ, ਇਸ ਜਨਮ 'ਚ ਤਾਂ ਹੁਣ ਮੁਰਾਦ ਹੀ ਕੋਈ ਨਹੀਂ ਰਹੀ। ਪਰ ਅੱਜ ਬੇਣੂ ਨੂੰ ਜਾਪਿਆ, ਹੁਣ ਚੰਦਨ ਮੈਨੂੰ ਨਹੀਂ ਮਿਲ ਸਕਦਾ ਨਾ ਸੀ, ਪਰ ਇਸ ਦੁਨੀਆ ਉੱਤੇ ਉਹ ਜਿਉਂਦਾ ਤਾਂ ਰਹੇ। ਤੇ ਬੇਣੂ ਨੂੰ ਜਾਪਿਆ ਇਹ ਸਭ ਤੋਂ ਵੱਡੀ ਮੁਰਾਦ ਸੀ ਜੋ ਕਿਸੇ ਰੱਬ ਕੋਲੋਂ ਮੰਗ ਸਕਦੀ ਸੀ। ਪਰ ਲੌਂਗਵਤੀ ਤੱਕ ਪਹੁੰਚਣ ਦਾ ਰਾਹ ਨਹੀਂ ਸੀ ਦਿਸਦਾ। ਬੇਣੂ ਦਾ ਮਰਦ ਕਿਹੋ ਜਿਹਾ ਕਸੂਤਾ ਸੀ ਬੇਣੂ ਨੂੰ ਪਤਾ ਸੀ, ਇਸ ਲਈ ਬੇਣੂ ਨੂੰ ਚੌਵੀਂ ਪਾਸੇ ਇੱਕ ਹਨੇਰਾ ਦਿਸਣ ਲੱਗਾ। ਫਿਰ ਜਿਵੇਂ ਹਨੇਰੇ 'ਚ ਬਿਜਲੀ ਚਮਕ ਜਾਂਦੀ ਹੈ, ਬੇਣੂ ਨੂੰ ਖਿਆਲ ਆਇਆ, ਉਹਦਾ ਹਮਲ ਜੋ ਪਿਛਲੇ ਵਰੇ 6ਵੇਂ ਮਹੀਨੇ 'ਚ ਡਿੱਗ ਪਿਆ ਸੀ, ਜੇ ਉਹਦੀ ਗੱਲ ਤੋਰ ਕੇ ਧੀ ਪੁੱਤਰ ਦੀ ਸੁੱਖਣਾ ਸੁੱਖਣ ਲਈ ਉਹ ਆਪਣੇ ਆਦਮੀ ਨੂੰ ਮਨਾਵੇ ਤਾਂ ਕੀ ਪਤਾ ਉਹ ਮੰਨ ਹੀ ਜਾਵੇ ਤੇ ਉਹਨੂੰ ਲੌਂਗਵਤੀ ਕੋਲ ਕੁਝ ਦਿਨਾਂ ਲਈ ਭੇਜ ਦੇਵੇ। ਬੇਣੂ ਦੀ ਸੋਚ ਥਾਈਂ ਪਈ, ਉਹਦੇ ਮਰਦ ਨੇ ਆਪਣੇ ਇੱਕ ਬੁੱਢੇ ਨੌਕਰ ਨੂੰ ਉਹਦੇ ਨਾਲ ਭੇਜਣਾ ਮੰਨ ਲਿਆ। ਪਰ ਨਾਲ ਇਹ ਵੀ ਆਖਿਆ, ਰਾਹ ਚੰਗਾ ਨਹੀਂ, ਕਈ ਵਾਰੀ ਦਿਨ ਦਿਹਾੜੇ ਗੱਡੀਆਂ ਲਾਰੀਆਂ ਲੁੱਟੀਆਂ ਜਾਂਦੀਆਂ ਨੇ, ਸੋਨੇ ਦਾ ਛਾਪ ਛੱਲਾ ਵੀ ਪਾ ਕੇ ਨਾ ਜਾਈਂ। ਬੇਣੂ ਨੂੰ ਚੀਕ ਵਰਗੀ ਸੋਚ ਆਈ, ਜੋ ਲੁੱਟਿਆ ਜਾ ਸਕਦਾ ਸੀ ਉਹ ਤਾਂ ਜੱਗ ਨੇ ਲੁੱਟ ਲਿਆ, ਹੁਣ ਬਾਕੀ ਕੀ ਰਹਿ ਗਿਆ ਤੇ ਕੋਈ ਨਹੀਂ ਜਾਣਦਾ। ਉਹ ਚੀਕ ਬੇਣੂ ਦੀ ਆਪਣੀ ਛਾਤੀ 'ਚੋਂ ਉੱਠੀ ਤੇ ਫਿਰ ਉਹਦੇ ਆਪਣੇ ਕੰਨਾਂ 'ਚੋਂ ਲੰਘ ਕੇ ਉਹਦੀ ਆਪਣੀ ਛਾਤੀ 'ਚ ਪੈ ਗਈ। ਧੰਨਵਾਦ।